ਵੈਲਕਮ ਬੈਕ ਟੂ ਆਰ ਚੈਨਲ ਵੀ ਆਰ ਨੌਲੇਜ। ਲਓ ਜੀ, ਆਪਾਂ ਕਲਾਸ 12th ਦੇ ਵਿੱਚ ਇੰਗਲਿਸ਼ ਦੇ ਪਹਿਲਾ ਚੈਪਟਰ ਦਾ ਥਰਡ ਲੈਵਲ ਜਿਹਦੀ ਆਪਾਂ ਅੱਜ ਇੱਕ ਵਾਰੀ ਡਿਸਕਸ ਕਰਾਂਗੇ। ਚੈਪਟਰ ਦੇ ਵਿੱਚ ਕੀ ਕੁਛ ਲਿਖਿਆ ਹੈ ਸਾਰਾ ਰੀਡ ਕਰਾਂਗੇ, ਨਾਲ ਨਾਲ ਮੀਨਿੰਗ ਦੱਸਾਂਗੇ। ਠੀਕ ਹੈ, ਉਹ ਸਾਰਾ ਜਿਹੜੀ ਚੀਜ਼ਾਂ ਉਹਦੇ ਵਿੱਚ ਔਖੀਆਂ ਹੋਣਗੀਆਂ ਉਹ ਵੀ ਦੱਸਾਂਗੇ। ਆਪਾਂ ਜਿਹੜੇ ਫਰੇਜ਼ ਯੂਜ਼ ਕੀਤੇ ਗਏ ਉਹ ਚੈੱਕ ਕਰਾਂਗੇ। ਆਪਾਂ ਜੋ ਆਪਾਂ ਨੂੰ ਔਖਾ ਲੱਗੂਗਾ ਆਪਾਂ ਪੰਜਾਬੀ ਦੇ ਵਿੱਚ ਪੰਜਾਬੀ ਦੀ ਗੱਲਾਂ ਦੇ ਨਾਲ ਹੀ ਐਕਸਪਲੇਨ ਕਰਦੇ ਜਾਵਾਂਗੇ। ਠੀਕ ਹੈ, ਕਲਾਸ 12th ਚੈਪਟਰ ਦਾ ਨੇਮ ਹੈਗਾ ਦਾ ਥਰਡ ਲੈਵਲ। ਠੀਕ ਹੈ ਜੀ, ਇਹ ਸ਼ੁਰੂਆਤ ਕਰਨ ਲੱਗੇ ਇਹਦੇ ਨਾਲ। ਉਸ ਤੋਂ ਪਹਿਲਾਂ ਸਾਰੇ ਜਾਣੇ ਸਬਸਕ੍ਰਾਈਬ ਕਰ ਲਓ ਸਾਡੇ YouTube ਚੈਨਲ ਨੂੰ ਵੀ ਆਰ ਨੌਲੇਜ ਨੂੰ, ਫੋਲੋ ਕਰ ਲਓ ਇੰਸਟਾਗ੍ਰਾਮ 'ਤੇ ਵੀ ਆਰ ਨੌਲੇਜ, WhatsApp 'ਤੇ ਅਗਰ ਕੋਈ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦਾ ਹੈ ਜਾਂ ਅਗਰ ਕੋਈ ਡਾਊਟ ਹੈ ਤਾਂ ਇਸ 'ਤੇ ਕੀ ਪੁੱਛ ਸਕਦੇ ਨੇ 9872594011। ਠੀਕ ਹੈ ਜੀ, ਸ਼ੁਰੂਆਤ ਦੇ ਵਿੱਚ ਚੈਪਟਰ ਦੇ ਵਿੱਚ ਕੀ ਸਭ ਤੋਂ ਪਹਿਲਾਂ ਇਹ ਲਿਖਿਆ ਗਿਆ ਹੈ ਬਿਫੋਰ ਯੂ ਰੀਡ, ਕਿ ਤੁਸੀਂ ਚੈਪਟਰ ਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ ਇਹ ਚੀਜ਼ ਪੜ੍ਹੋ। ਕੀ ਲਿਖੀ ਹੈ ਜਿਨ੍ਹਾਂ ਨੇ The third level Jack Finney. Before you read, have you ever had any curious experience which others find hard to believe? ਅੱਛਾ, ਇੱਕ ਜਿਹਨੇ ਨੇ ਲਿਖੀ ਹੈ ਸਾਰੀ ਇਹ ਸਟੋਰੀ ਲਿਖੀ ਹੈ ਉਹਦਾ ਨਾਮ ਹੈਗਾ ਜੈਕ ਫਿਨੇ। ਜੈਕ ਫਿਨੇ ਜੈਕ ਫਿਨੇ ਜੈਕ ਫਿਨੇ ਜੈਕ ਫਿਨੇ ਜੈਕ ਫਿਨੇ ਕਹਿੰਦਾ ਕੀ ਹੈ, ਕਹਿੰਦਾ ਜੋ ਆਪਾਂ ਲਿਖਿਆ ਹੈ ਬਿਫੋਰ ਯੂ ਰੀਡ ਵਿੱਚ ਗੱਲਾਂ ਕਰ ਰਹੇ ਹਾਂ। ਕਹਿੰਦੇ ਹੈਵ ਯੂ ਐਵਰ ਹੈਡ ਐਨੀ ਕਿਊਰੀਅਸ, ਕਹਿੰਦੇ ਕਿ ਤੁਹਾਨੂੰ ਕਦੇ ਐਂ ਲੱਗਿਆ ਕਿ ਜੋ ਆਪਾਂ ਕਿਸੇ ਨੂੰ ਕੋਈ ਗੱਲ ਸੁਣਾ ਰਹੇ ਹੋਈਏ ਜਾਂ ਕੋਈ ਆਪਾਂ ਨੂੰ ਸੁਣਾ ਰਿਹਾ ਹੋਵੇ ਕਿ ਯਾਰ ਤੁਸੀਂ ਮੰਨ ਸਕਦੇ ਹੋ ਵੀ ਜਿਵੇਂ ਕਿ ਮੈਂ ਯਾਰ ਉਹਦੇ ਵਾਸਤੇ ਨਾ ਅੰਬਰਾਂ ਤੋਂ ਤਾਰੇ ਤੋੜ ਕੇ ਲੈ ਕੇ ਆਇਆ। ਅੰਬਰਾਂ ਤੋਂ ਤਾਰੇ ਤੋੜ ਲਿਆ ਯਾਰ, ਕਮਾਲ ਦੀ ਗੱਲ ਹੈ ਯਾਰ, ਇੰਡੀਆ ਕਿਵੇਂ। ਅੱਛਾ, ਉਹ ਬਲੀਵ ਕਰਨਾ ਔਖਾ ਹੋ ਜਾਂਦਾ। ਲਿਖਿਆ ਵੀ ਹਾਰਡ ਟੂ ਬਲੀਵ। ਜਿਹੜੀ ਜੈਕ ਫਿਨੇ ਕਹਾਣੀ ਸੁਣਾਊਗਾ ਆਪਾਂ ਨੂੰ, ਉਹਨਾਂ ਨੇ ਪਹਿਲਾਂ ਹੀ ਨਿਚੋੜ ਕੱਢਤਾ, ਕਹਿੰਦੇ ਤੁਹਾਡੇ ਤੋਂ ਵਿਸ਼ਵਾਸ ਨਹੀਂ ਹੋਣਾ, ਤੁਸੀਂ ਔਖੇ ਵਿਸ਼ਵਾਸ ਕਰੋਗੇ। ਐਕਸਪੀਰੀਅੰਸ ਜਿਹੜਾ ਉਹਦੇ ਕੋਲ ਕੀਤਾ ਉਹਨੇ, ਤੁਸੀਂ ਮੰਨੋਗੇ ਨਹੀਂ, ਅਤੇ ਨਾ ਹੀ ਕਹਿੰਦਾ ਉਹਦੇ ਨਾਲ ਦੇ ਲੋਕਾਂ ਨੇ ਮੰਨਿਆ ਸੀਗਾ। ਚਲੋ ਦੇਖਦੇ ਹਾਂ ਕੀ ਗੱਲਾਂ ਬਾਤਾਂ ਹੋਈਆਂ ਸੀਗੀਆਂ। ਪਰ ਕਹਿੰਦੇ ਕਿ ਇਹ ਬਲੀਵ ਨਹੀਂ ਹੁੰਦਾ, ਕਈ ਵਾਰੀ ਇਹੋ ਜਿਹੀ ਗੱਲਾਂ ਨਿਕਲ ਕੇ ਆਉਂਦੀਆਂ ਜਾਂ ਕੋਈ ਸੁਣਾ ਦਿੰਦਾ ਆਪਾਂ ਨੂੰ, ਯਾਰ ਮੈਂ ਕੋਠੇ ਤੋਂ ਛਾਲ ਮਾਰੀ ਸੀ ਮੈਨੂੰ ਕੁਛ ਨਹੀਂ ਹੋਇਆ। ਹਾਰਡ ਟੂ ਬਲੀਵ, ਮੰਨਣ 'ਚ ਹੀ ਨਹੀਂ ਆ ਰਹੇ ਹੈ ਨਾ, ਵੀ ਮੰਨ ਸਕਦੇ ਨੇ ਵੀ ਕੋਠੇ 'ਤੇ ਡਿੱਗ ਕੇ ਬੰਦਾ ਬਚ ਜੇ। ਹਾਰਡ ਟੂ ਬਲੀਵ ਕਿ ਮੰਨ ਨਹੀਂ ਸਕਦੇ ਵੀ ਬੰਦਾ ਠੀਕ ਹੋ ਜੇ ਬਾਅਦ 'ਚ। ਉਹੀ ਜੈਕ ਫਿਨੇ ਨੇ ਉਸ ਤਰੀਕੇ ਦੀ ਕੋਈ ਕਹਾਣੀ ਲਿਖੀ ਹੈ। ਚਲੋ ਆਪਾਂ ਚੈੱਕ ਕਰਦੇ ਹਾਂ ਸ਼ੁਰੂਆਤ ਦੇ ਵਿੱਚ ਕੀ ਲਿਖਿਆ ਉਹਨੇ। ਸਟੋਰੀ ਸ਼ੁਰੂ ਹੁੰਦੀ ਹੈ ਜਿਸ ਵਿੱਚ ਲਿਖਿਆ ਗਿਆ ਦ ਪ੍ਰੈਜ਼ੀਡੈਂਟਸ ਆਫ ਦ ਨਿਊਯਾਰਕ ਸੈਂਟਰਲ ਐਂਡ ਦ ਨਿਊਯਾਰਕ ਨਿਊ ਹੈਵਨ ਐਂਡ ਹਾਰਟਫੋਰਡ ਰੇਲ ਰੋਡਸ ਵਿਲ ਸਵੀਅਰ ਔਨ ਏ ਸਟੈਕ ਆਫ ਟਾਈਮ ਟੇਬਲਸ। ਅੱਛਾ, ਸ਼ੁਰੂਆਤ ਵਿੱਚ ਕਹਿੰਦੇ ਕੀ ਲਿਖ ਰਿਹਾ ਉਹ, ਇੱਕ ਤਾਂ ਕਹਿੰਦੇ ਪ੍ਰੈਜ਼ੀਡੈਂਟਸ ਨਿਊਯਾਰਕ ਸੈਂਟਰਲ ਦੇ, ਨਿਊਯਾਰਕ ਦੇ, ਨਿਊ ਹੈਵਨ ਹਾਰਟਫੋਰਡ ਰੇਲ ਰੋਡਸ, ਕਹਿੰਦੇ ਉਹ ਕੀ ਹੈ ਟਾਈਮ ਟੇਬਲਸ 'ਤੇ ਸਵੀਅਰ ਕਰ ਰਹੇ ਨੇ, ਸਹੁੰ ਖਾਂਦੇ ਨੇ ਵੀ ਜਿਹੜਾ ਟਾਈਮ ਟੇਬਲ ਹੈਗਾ ਉਹਦੇ ਵਿੱਚ ਕੀ ਲਿਖਿਆ ਹੋਇਆ ਹੈ, ਓਨਲੀ 2 ਲਿਖਿਆ। ਗੱਲ ਨਹੀਂ ਕਲੀਅਰ ਕਰਦੇ ਪਏ ਕੀ ਲਿਖਿਆ ਕੁਛ ਕੀ ਹੈ। ਕਹਿੰਦੇ ਟਾਈਮ ਟੇਬਲ 'ਤੇ 2 ਲਿਖਿਆ ਹੋਇਆ। ਇੰਨੀ ਇੱਕ ਗੱਲ ਕੀਤੀ ਉਹਨਾਂ ਨੇ ਕਿ ਟਾਈਮ ਟੇਬਲ 'ਤੇ 2 ਲਿਖਿਆ ਤਾਂ 2 ਲਿਖਿਆ ਬਈ ਯਾਰ ਪ੍ਰੈਜ਼ੀਡੈਂਟ ਆ ਮੰਨੋ ਸਾਰੇ ਜਾਣੇ, ਪਰ ਇੱਕ ਮੇਰੇ ਵਰਗੇ ਖੜਾ ਹੋਇਆ ਕਹਿੰਦਾ ਬਟ ਆਈ ਸੇ ਦੇਰ ਆਰ 3। ਉਹੀ ਚੌਧਰੀ ਬਣ ਕੇ ਕਿਸੇ ਨੇ ਕਹਿਤਾ, ਕਹਿੰਦਾ ਨਾ ਜੀ 3 ਆ ਜੀ, ਕੋਈ ਅਮਲੀ ਹੋਊਗਾ ਕਹਿਤਾ ਕਿਸੇ ਨੇ। ਕਹਿੰਦਾ ਪ੍ਰੈਜ਼ੀਡੈਂਟ ਕਹੀ ਜਾਂਦਾ, ਕਹਿੰਦਾ ਟਾਈਮ ਟੇਬਲ 'ਤੇ ਲਿਖਿਆ ਹੋਇਆ ਕਿ 2 ਨੇ। ਜੇ ਆਪਾਂ ਲਿਖ ਵੀ ਦੇਣਾ ਕਿੱਥੇ ਲਿਖਿਆ ਟਾਈਮ ਟੇਬਲਸ 'ਤੇ ਦੇਰ ਆਰ ਓਨਲੀ 2 ਲਿਖੀ ਗੱਲ ਹੋਈ ਹੈ। ਪਰ ਮੇਰੇ ਵਰਗਾ ਉੱਠ ਕੇ ਕਹਿੰਦਾ ਕਿ ਆਈ ਸੇ ਦੇਰ ਆਰ 3, ਕਹਿੰਦਾ 3 ਆ ਜੀ। ਚਲੋ ਮੰਨ ਲੈਂਦੇ ਹਾਂ। ਅੱਛਾ, ਉਸ ਤੋਂ ਪਹਿਲਾਂ ਆਪਾਂ ਸਟੈਕ ਦਾ ਮੀਨਿੰਗ ਚੈੱਕ ਕਰੀਏ। ਸਟੈਕ ਕੀ ਹੁੰਦਾ? ਸਟੈਕ ਦਾ ਮੀਨਿੰਗ ਕੀ ਹੈ? ਅ ਪਾਈਲ ਆਫ ਆਬਜੈਕਟ ਟਿਪੀਕਲੀ ਵਨ ਦੈਟ ਇਜ਼ ਨੀਟਲੀ ਅਰੇਂਜ, ਜੋ ਵੀ ਚੀਜ਼ ਅਰੇਂਜ ਕੀਤੀ ਹੋਵੇ ਬਹੁਤ ਹੀ ਖੂਬਸੂਰਤੀ ਨਾਲ। ਜਿਵੇਂ ਕਿ ਟਾਈਮ ਟੇਬਲ ਦੇ ਵਿੱਚ ਕੀ ਖੂਬਸੂਰਤੀ ਨਾਲ ਕੀ ਹੈ, ਸਾਰਾ ਉਹਨਾਂ ਲਿਖਿਆ ਹੁੰਦਾ ਵੀ ਕਿੰਨੇ ਟਾਈਮ 'ਤੇ ਕਿਹੜਾ ਟ੍ਰੇਨ ਆਉਣੀ ਹੈ, ਸਾਰਾ ਕੁਝ ਡਿਟੇਲ ਦਿੱਤੀ ਹੁੰਦੀ ਹੈ। ਸਟੈਕ ਦਾ ਮੀਨਿੰਗ ਹੋ ਗਿਆ ਬਰੀਫਲੀ ਐਕਸਪਲੇਨ ਕੀਤਾ ਗਿਆ ਹੁੰਦਾ ਕਿ ਨੀਟਲੀ ਕੀਤਾ ਹੁੰਦਾ। ਅੱਛਾ, ਉਹ ਕਿੱਥੇ ਲਿਖਿਆ ਵੀ ਹੋਇਆ ਸੀ 2 ਹੈਗੇ ਨੇ, ਕੀ ਇਹ ਨਹੀਂ ਦੱਸ ਰਹੀ ਸੀ ਆਪਾਂ ਨੂੰ। ਬਟ ਆਈ ਕੈਨ ਸੇ ਦੇਰ ਆਰ 3, ਕਹਿੰਦਾ 3 ਨੇ, ਕਿਉਂਕਿ ਕਹਿੰਦਾ ਆਈ ਹੈਵ ਬੀਨ ਔਨ ਦਾ ਥਰਡ ਲੈਵਲ। ਅੱਛਾ, ਲੈਵਲ ਦੀ ਗੱਲ ਹੋ ਰਹੀ ਹੈ ਆਫ ਦਾ ਗ੍ਰੈਂਡ ਸੈਂਟਰਲ ਸਟੇਸ਼ਨ। ਅੱਛਾ, ਪ੍ਰੈਜ਼ੀਡੈਂਟ ਕਹਿੰਦਾ ਵੀ ਕੀ ਟਾਈਮ ਟੇਬਲ ਦੇ ਅਕੋਰਡਿੰਗ ਕੀ ਹੈ 2 ਨੇ, ਮੇਰੇ ਵਰਗਾ ਕਹਿੰਦਾ 3 ਹੈ ਜੀ, ਨਾ ਮੰਨਦੇ ਨਹੀਂ ਇਸ ਤਾਂ। ਫਿਰ ਉਹ ਕਹਿੰਦਾ ਕੀ ਹੈ ਥਰਡ ਲੈਵਲ ਹੈ ਜਿਹੜਾ ਗ੍ਰੈਂਡ ਸੈਂਟਰਲ ਸਟੇਸ਼ਨ ਦਾ, ਉਹ ਵੀ ਹੈ ਜੀ। ਉਹਦੇ ਉੱਤੇ ਕੀ 3 ਤਰ੍ਹਾਂ ਹੋ ਗਏ, ਇੱਕ ਤਾਂ 2 ਹੋ ਗਏ ਪਹਿਲਾਂ ਹੈਗੇ ਸੀ ਜਿਹੜੇ ਪਤਾ ਸਾਰੀ ਦੁਨੀਆ ਨੂੰ, ਕਹਿੰਦਾ ਤੀਸਰਾ ਵੀ ਹੈਗਾ ਥਰਡ ਲੈਵਲ ਆਫ ਦਾ ਗ੍ਰੈਂਡ ਸੈਂਟਰਲ ਸਟੇਸ਼ਨ। ਸਟੇਸ਼ਨ ਦਾ ਕੋਈ ਵੀ ਤੀਜਾ ਭਾਗ ਵੀ ਹੈਗਾ, ਇਹਨਾਂ ਨੇ ਗੱਲ ਕਰਤੀ। ਅੱਛਾ, ਯੈਸ ਆਈ ਹੈਵ ਟੇਕਨ ਦਾ ਓਬਵੀਅਸ ਸਟੈਪ, ਕਹਿੰਦਾ ਮੈਂ ਇਹ ਜਿਹਾ ਸਟੈਪ ਚੱਕਿਆ ਜੀ। ਕਹਿੰਦਾ ਆਈ ਟਾਕ ਟੂ ਦਾ ਸਾਈਕੈਟ੍ਰਿਸਟ ਫਰੈਂਡ ਆਫ ਮਾਈਂਡ, ਕਹਿੰਦਾ ਮੈਂ ਆਪਦੇ ਕਮਲੇ ਦੋਸਤ ਨਾਲ ਗੱਲ ਕੀਤੀ ਹੈ ਜੀ। ਅਮੰਗ ਅਦਰਸ ਬਾਕੀ ਨਾਲ ਵੀ ਕੀਤੀ ਹੈ, ਇਹ ਗੱਲ ਕੀਤੀ ਹੋਈ ਹੈ। ਪਹਿਲਾਂ ਐਂ ਨਾ ਸੋਚੋ ਵੀ ਮੈਂ ਤੁਹਾਡੇ ਅੱਗੇ ਹਵਾ ਕਰਤੀ, ਕਹਿੰਦਾ ਪਹਿਲਾਂ ਗੱਲ ਕੀਤੀ ਹੋਈ ਹੈ। ਆਈ ਟੋਲਡ ਹਿਮ ਅਬਾਊਟ ਦਾ ਥਰਡ ਲੈਵਲ ਐਟ ਗ੍ਰੈਂਡ ਸੈਂਟਰਲ ਸਟੇਸ਼ਨ, ਕਹਿੰਦਾ ਮੈਂ ਉਹਦੇ ਨਾਲ ਗੱਲ ਕਰ ਲਈ ਹੈ
ਤੇ ਕਹਿੰਦਾ ਮੇਰਾ ਉਹ ਜੇਕਰ ਦੋਸਤ ਜਿਹੜਾ ਕਮਲਿਆਂ ਨੂੰ ਠੀਕ ਕਰਦਾ ਹੈ ਤਾਂ ਉਹਨੂੰ ਮੈਂ ਗੱਲ ਕੀਤੀ ਹੈ, ਜੇ ਉਹਨੇ ਸੁਣ ਲਈ ਤਾਂ ਮਤਲਬ ਠੀਕ ਹੈ। ਅੱਛਾ ਹੀ ਸੈਡ ਕਹਿੰਦਾ ਉਹਨੇ ਕਿਹਾ ਜੇ ਹੋਇਆ ਸੀ ਤਾਂ ਵੇਕਿੰਗ ਡ੍ਰੀਮ ਵਿਸ਼ ਫੁਲਮੈਂਟ, ਕਹਿੰਦਾ ਫਿਰ ਤਾਂ ਕੀ ਹੈ ਇਹ ਵੀ ਰਾਤ ਨੂੰ ਸੁੱਤੇ ਸੀ ਤੁਸੀਂ, ਸਵੇਰੇ ਉੱਠੇ ਜਦੋਂ ਤਾਂ ਸੁਪਨੇ ਜੋ ਆਇਆ ਸਾਰਾ ਕੁਝ ਕੀ ਪੂਰਾ ਹੋ ਗਿਆ, ਵੀ ਆਪਾਂ ਸੋਚ ਰਹੇ ਸੀ ਤੀਜਾ ਹੋਊਗਾ ਤਾਂ ਹੋ ਗਿਆ, ਤਾਂ ਕਹਿੰਦੇ ਇਟ ਵਾਜ਼ ਹੋ ਸਕਦਾ ਇਹ, ਕਹਿੰਦੇ ਕੀ ਹੈ ਵੇਕਿੰਗ ਡ੍ਰੀਮ ਵਿਸ਼ ਫੁਲਮੈਂਟ ਹੈ, ਵੀ ਤੂੰ ਸੋਚਿਆ ਸੀ ਡ੍ਰੀਮ ਜਿਹੜਾ ਉਹ ਕੀ ਫੁਲਮੈਂਟ ਹੋ ਗਿਆ। ਨੈਕਸਟ ਕਹਿੰਦੇ ਕਿ ਹੀ ਸੈਡ ਆਈ ਵਾਜ਼ ਅਨਹੈਪੀ, ਪਰ ਮੈਂ ਕਹਿੰਦਾ ਕੀ ਹੈ ਉਦਾਸ ਸੀਗਾ। ਦੈਟ ਮੇਡ ਮਾਈ ਵਾਈਫ ਕਾਈਂਡ ਆਫ ਮੈਡ, ਇਹ ਸੁਣ ਕੇ ਮੇਰੀ ਘਰ ਵਾਲੀ ਤਾਂ ਹੋ ਗਈ ਕਮਲੀ। But he explained that he meant the modern world is full of insecurity, ਉਹਨੇ ਸਮਝਾਇਆ ਕਿ ਜਿਹੜਾ ਅੱਜ ਕੱਲ੍ਹ ਦੀ ਦੁਨੀਆ ਹੈ ਇਹ ਫੁੱਲ ਆਫ ਇਨਸਿਕਿਉਰਿਟੀ ਹੈ, ਕਿ ਬੰਦਾ ਕੋਈ ਵੀ ਕਿਸੇ ਤੋਂ ਸੇਫ ਫੀਲ ਨਹੀਂ ਕਰ ਸਕਦਾ। ਗੁਆਂਢੀ ਨਾਲ ਲੜ ਪਏ ਕੁਝ ਨਹੀਂ ਪਤਾ, ਫੀਅਰ ਡਰ ਲੱਗਿਆ ਰਹਿੰਦਾ ਕਦੋਂ ਲੜਾਈਆਂ ਹੋ ਜਾਣ ਕੁਝ ਨਹੀਂ ਪਤਾ, ਉਹ ਲੜਾਈ ਹੋ ਜਾਏ ਵਾਰ ਜੰਗ ਛਿੜ ਜਾਏ ਪਤਾ ਨਹੀਂ, ਚਿੰਤਾ ਰਹਿੰਦੀ ਹਮੇਸ਼ਾ ਓਏ ਹੁਣ ਇਹਦਾ ਟੈਕਸ ਭਰਨ ਵਾਲਾ ਰਹਿੰਦਾ, ਕਦੇ ਕੀ ਆਪਾਂ ਕੋਈ ਇੰਟਰਸਟ ਦੇਣ ਵਾਲਾ ਰਹਿੰਦਾ ਆਪਣਾ, ਉਹ ਸਾਰੀ ਚੀਜ਼ਾਂ ਕੀ ਡਰ ਲੱਗਿਆ ਰਹਿੰਦਾ, ਇਨਸਿਕਿਉਰਿਟੀ ਰਹਿੰਦੀ ਹੈ, ਫੀਅਰ ਰਹਿੰਦਾ, ਵਾਰ ਰਹਿੰਦੀ ਤੇ ਵਰੀ ਰਹਿੰਦੀ ਹੈ, ਤੇ ਹੋਰ ਜੋ ਵੀ ਚੀਜ਼ਾਂ ਰਹਿੰਦੀਆਂ ਨੇ ਕਿ ਅੱਜ ਕੱਲ੍ਹ ਦੇ ਮਾਡਰਨ ਤਰੀਕੇ ਦੀ ਦੁਨੀਆ ਦੇ ਵਿੱਚ ਕਿ ਆਪਾਂ ਨੂੰ ਟੈਨਸ਼ਨਾਂ ਹੀ ਪਈਆਂ ਨੇ ਸਾਰੀਆਂ। I just want to escape, ਕਹਿੰਦਾ ਮੈਂ ਤਾਂ ਨਿਕਲਣਾ ਚਾਹੁੰਦਾ ਸਾਰੀ ਚੀਜ਼ਾਂ ਦੇ ਵਿੱਚੋਂ। ਵੈਲ ਹੂ ਡਜ਼ਨਟ, ਸਾਰੇ ਚਾਹੁੰਦੇ ਨੇ ਕਿ ਜੇ ਸਾਰੀ ਚੀਜ਼ਾਂ ਇਹਨਾਂ ਨੂੰ ਨਿਕਲ ਜਾਈਏ, ਸ਼ਾਂਤੀ ਸਾਰੇ ਭਾਲਦੇ ਨੇ। ਐਵਰੀਬਡੀ ਆਈ ਨੋ ਵਾਂਟਸ ਟੂ ਐਸਕੇਪ, ਸਾਰੇ ਜਾਣੇ ਕੀ ਕਰ ਰਹੇ ਨੇ, ਸਾਰੇ ਜਾਣੇ ਭਾਲਦੇ ਰਹੇ ਨੇ ਕਿ ਸਾਰੇ ਜਾਣੇ ਬਚ ਕੇ ਨਿਕਲ ਜਾਣ, ਕੋਈ ਵੀ ਟੈਨਸ਼ਨ ਨਾ ਲਵੇ, ਸਾਰੇ ਸ਼ਾਂਤੀ ਦੇ ਨਾਲ ਬੈਠੇ ਰਹਿਣ। ਬਟ ਦੇ ਡੋਂਟ ਵੈਂਡਰ ਡਾਊਨ ਇਨਟੂ ਐਨੀ ਥਰਡ ਲੈਵਲ ਐਟ ਗ੍ਰੈਂਡ ਸੈਂਟਰਲ ਸਟੇਸ਼ਨ। ਵੈਂਡਰ ਡਾਊਨ ਦਾ ਮੀਨਿੰਗ ਚੈੱਕ ਕਰੋ। ਵੈਂਡਰ ਡਾਊਨ ਦਾ ਮੀਨਿੰਗ ਹੁੰਦਾ ਹੈ ਰੂਮ। ਰੈਂਬਲ ਰੋਵ ਟ੍ਰੇਸ ਮੀਨ ਟੂ ਬੀ ਗੋ ਅਬਾਊਟ ਪਲੇਸ ਟੂ ਯੂਜ਼ਲੀ ਬੀ ਇੰਟਰਮੇਲਸ ਡਿਫਰੈਂਟ, ਕਹਿੰਦੇ ਕੋਈ ਵੀ ਬੰਦਾ ਜਦੋਂ ਕਿਤੇ ਘੁੰਮਦਾ ਫਿਰਦਾ ਹੈ, ਜੇ ਜਾਣਾ ਚਾਹੁੰਦਾ ਹੈ, ਬਟ ਦੇ ਡੋਂਟ, ਜਾਂਦੇ ਨਹੀਂ ਕਿਤੇ ਥਰਡ ਲੈਵਲ ਗ੍ਰੈਂਡ ਸੈਂਟਰਲ ਸਟੇਸ਼ਨ ਤੇ। ਕਹਿੰਦੇ ਲੋਕਾਂ ਜਾਣੇ ਸ਼ਾਂਤੀ ਭਾਲਦੇ ਨੇ, ਪਰ ਕਹਿੰਦੇ ਕੀ ਕਿਸੇ ਨੂੰ ਪਤਾ ਨਹੀਂਗਾ ਕਿ ਕੋਈ ਜਾਣਾ ਗਿਆ ਨਹੀਂਗਾ ਕਿੱਥੇ ਤੀਜੇ ਲੈਵਲ ਦੇ ਗ੍ਰੈਂਡ ਸੈਂਟਰਲ ਸਟੇਸ਼ਨ ਤੇ, ਕਿਉਂਕਿ ਉਹ ਇਕੱਲਾ ਜਾ ਕੇ ਆਇਆ ਸੀਗਾ। ਕਹਿੰਦਾ ਉੱਥੇ ਸ਼ਾਂਤੀ ਹੈਗੀ ਹੈ, ਸ਼ਾਂਤੀ ਵੀ ਕੋਈ ਗਿਆ ਨਹੀਂ ਉੱਥੇ ਅਜੇ ਤੱਕ। ਕਹਿੰਦੇ ਬਟ ਦੈਟਸ ਦਾ ਰੀਜ਼ਨ, ਕਹਿੰਦੇ ਇਹ 'ਚ ਕਾਰਨ ਹੀ ਇਹੀ ਬਣਦਾ। ਹੀ ਸੈਡ ਮਾਈ ਫਰੈਂਡਸ ਆਲ ਐਗਰੀਡ, ਸਾਰੇ ਮੰਨਦੇ ਵੀ ਨਿਕਲਣਾ ਚਾਹੁੰਦੇ ਆ ਪਰ ਕੋਈ ਜਾਣਾ ਗਿਆ ਨਹੀਂ ਉੱਥੇ, ਠੀਕ ਹੈ ਜ਼ਰੂਰ। ਐਵਰੀਥਿੰਗ ਪੁਆਇੰਟਸ ਟੂ ਇਟ, ਸਾਰਿਆਂ ਨੇ ਪੁਆਇੰਟਸ ਕੀਤਾ, ਕਲੇਮ ਕੀਤਾ ਯਾਰ ਚਾਹੁੰਦੇ ਸਾਰੇ ਜਾਣੇ ਆਈ ਆ ਪਰ ਨਿਕਲ ਨਹੀਂ ਪਾਉਂਦੇ। ਅੱਛਾ ਉਹਦੀ ਇੱਕ ਆਦਤ ਸੀਗੀ ਕਿ ਸਟੈਂਪ ਕਲੈਕਟ ਕਰਦਾ ਸੀ ਉਹ। ਫੋਰ ਐਗਜ਼ਾਮਪਲ ਦੈਟਸ ਏ ਟੈਂਪਰੇਰੀ ਰਿਫਿਊਜੀ ਫਰੋਮ ਰਿਐਲਿਟੀ, ਜਿਹੜਾ ਲਿਖੀ ਲਾਈਨ ਟੈਂਪਰੇਰੀ ਰਿਫਿਊਜੀ ਫਰੋਮ ਰਿਐਲਿਟੀ, ਇਹ ਇੱਕ ਫਰੇਜ਼ ਹੈ, ਇਹਦਾ ਮੀਨਿੰਗ ਚੈੱਕ ਕਰ ਲੈਂਦੇ ਆਪਾਂ ਕੀ। ਇਹਦਾ ਮੀਨਿੰਗ ਹੈਗਾ ਟੈਂਪਰੇਰੀ ਰਿਫਿਊਜੀ ਫਰੋਮ ਰਿਐਲਿਟੀ। ਰਿਐਲਿਟੀ ਇਜ਼ ਵਟ ਹੈਪਨਸ ਇਨ ਆਰ ਰੀਅਲ ਵਰਲਡ ਐਂਡ ਨਾਟ ਵਟ ਵੀ ਥਿੰਕ। ਰਿਐਲਿਟੀ ਕਹਿੰਦੇ ਕੀ ਚੀਜ਼ ਕੀ ਹੈ, ਹੈਪਨ ਜਿਹੜੇ ਹੁੰਦੀ ਆ ਜ਼ਿੰਦਗੀ ਦੇ ਵਿੱਚ, ਅਸਲੀ ਜ਼ਿੰਦਗੀ ਵਿੱਚ, ਪਰ ਜੋ ਸੋਚਦੇ ਆਪਾਂ ਉਹ ਨਹੀਂ ਹੁੰਦੀ। ਰਿਐਲਿਟੀ ਜੋ ਹੋ ਰਹੀ ਆਪਣੇ ਨਾਲ ਉਹੀ ਹੈ, ਪਰ ਜੋ ਸੋਚਦੇ ਉਹ ਨਹੀਂ ਹੁੰਦੀ। ਉਹ ਕਹਿੰਦਾ ਮੀਨਿੰਗ ਕੀ ਹੈ ਫਰੇਜ਼ ਦਾ, ਟੈਂਪਰੇਰੀ ਰਿਫਿਊਜ ਫਰੋਮ ਰਿਐਲਿਟੀ। ਵਾਪਸ ਆਉਂਦੇ ਆ, ਕਹਿੰਦਾ ਸਟੈਂਪ ਕਲੈਕਟ ਕਰਦਾ ਸੀਗਾ, ਜਿਵੇਂ ਕਹਿੰਦਾ ਐਗਜ਼ਾਮਪਲ ਆਹ ਲੈਣ ਦੀ ਬਣਦੀ ਪਈ ਹੈ, ਕਹਿੰਦਾ ਸਟੈਂਪ ਕਲੈਕਸ਼ਨ ਕਰਦੇ ਪਏ ਸੀ, ਜੋ ਮੈਂ ਸੋਚਦਾ ਸੀਗਾ ਉਹ ਨਹੀਂ ਹੋ ਰਿਹਾ ਸੀ, ਜੋ ਜ਼ਿੰਦਗੀ 'ਚ ਹੋਣਾ ਚਾਹੀਦਾ ਸੋ ਆਪਣੇ ਆਪ ਹੋ ਰਿਹਾ ਬਸ। ਵੈਲ ਮੇ ਬੀ ਬਟ ਮਾਈ ਗ੍ਰੈਂਡਫਾਦਰ ਡਿਡਨਟ ਨੀਡ ਐਨੀ ਰਿਫਿਊਜੀ ਫਰੋਮ ਰਿਐਲਿਟੀ, ਪਰ ਉਹਨਾਂ ਨੂੰ ਤਾਂ ਕਹਿੰਦੇ ਕਿ ਲੋੜ ਵੀ ਨਹੀਂ ਸੀਗੀ ਇਸ ਚੀਜ਼ ਦੀ ਕਿ ਉਹ ਕੀ ਰਿਐਲਿਟੀ ਤੋਂ ਅਬਵ ਜਾਣ ਕਿਤੇ, ਜੋ ਸੋਚਦੇ ਸੀ ਉਸ ਤੋਂ ਇਲਾਵਾ ਨਹੀਂ ਹੋ ਰਿਹਾ ਸੀ। ਥਿੰਗਸ ਵਰ ਪ੍ਰੀਟੀ ਨਾਈਸ, ਕਿਉਂਕਿ ਗ੍ਰੈਂਡਫਾਦਰ ਕੀ ਸੀਗੇ ਪੁਰਾਣੇ ਸਮੇਂ ਦੇ ਸੀਗੇ, ਤਾਂ ਉੱਥੋਂ ਦੀ ਲੋੜ ਹੀ ਨਹੀਂ ਸੀ, ਉੱਥੇ ਕੀ ਸਾਰੇ ਖੁੱਲ੍ਹੇ ਰਹਿੰਦੇ ਸੀ, ਫ੍ਰੀ ਰਹਿੰਦੇ ਸੀਗੇ ਉਦੋਂ ਦਾ, ਬਾਹਰ ਮੰਜੇ ਡਾਹ ਕੇ ਬੈਠੇ ਰਹਿੰਦੇ ਸੀਗੇ। ਹੁਣ ਤਾਂ ਕੀ ਲੋਕ ਆਪਦੇ ਏਸੀ ਚਲਾ ਕੇ ਬੈਠੇ ਰਹਿੰਦੇ ਨੇ। ਥਿੰਗਸ ਵਰ ਪ੍ਰੀਟੀ ਨਾਈਸ, ਉਦੋਂ ਦਾ ਕੀ ਸੀ, ਸਾਰਾ ਕੁਝ ਚੰਗਾ ਚੰਗਾ ਹੁੰਦਾ ਸੀਗਾ, ਪੀਸਫੁਲ ਹੁੰਦਾ ਸੀਗਾ। ਵਟ ਡਸ ਦਾ ਥਰਡ ਲੈਵਲ ਰੈਫਰ ਟੂ, ਫਿਰ ਤੀਜੇ ਰੈਫਰ ਨੂੰ ਕਿਵੇਂ ਐਕਸਪਲੇਨ ਕਰੀਏ ਵੀ ਉਹ ਕਿਸ ਤਰੀਕੇ ਦਾ ਸੀਗਾ। ਚਲੋ ਨੈਕਸਟ ਕਰਦੇ ਹਾਂ ਕੀ ਹੈ ਇਹ 'ਚ। ਦੂਸਰੇ ਵਿੱਚ ਗੱਲ ਕਰਦਾ ਫਰੋਮ ਆਲ ਆਈ ਹੀਅਰ, ਕਹਿੰਦੇ ਕੀ ਹੈ ਹੀ ਸਟਾਰਟਡ ਮਾਈ ਕਲੈਕਸ਼ਨ, ਫਿਰ ਮੈਂ ਕਹਿੰਦੇ ਕੀ ਹੈ ਉਹਨੇ ਆਪਦੀ ਕਲੈਕਸ਼ਨ ਸ਼ੁਰੂ ਕਰਤੀ ਸਟੈਂਪ ਵਾਲੀ। ਇਟਸ ਨਾਈਸ ਕਲੈਕਸ਼ਨ ਟੂ, ਬਹੁਤ ਚੰਗੀ ਕਲੈਕਸ਼ਨ ਸੀ, ਕਿਉਂਕਿ ਇਹਦੇ ਵਿੱਚ ਕੀ ਹੈ ਬਲੌਕਸ ਆਫ 4 ਆਫ ਪ੍ਰੈਕਟੀਕਲ ਐਵਰੀ US ਇਸ਼ੂ, ਅਮਰੀਕਾ ਦੇ ਇਸ਼ੂਆਂ ਦੇ ਉੱਤੇ ਉਹਨੇ ਜਿਹੜੀ ਵੀ ਆਪਣੇ ਨਿਊਜ਼ਪੇਪਰ ਦੇ ਉੱਤੇ ਗੱਲ ਆਉਂਦੀ ਸੀ ਉਹ ਸਟੈਂਪ ਜਾਂ ਕੋਈ ਕਲੈਕਸ਼ਨ ਹੁੰਦੀ ਸੀ ਤਾਂ ਉਹ ਨਿਊਜ਼ਪੇਪਰ ਤੋਂ ਕੱਟ ਕੇ ਰੱਖ ਲੈਂਦਾ ਸੀ। ਜਿਵੇਂ ਕਿ ਫਸਟ ਡੇ ਕਵਰ ਹੁੰਦੇ ਸੀਗੇ ਜਿਹੜੇ, ਉਹ ਜਿਹਨੂੰ ਚੰਗੇ ਲੱਗਦੇ ਸੀ ਕੱਟ ਕੇ ਰੱਖ ਲੈਣੇ, ਜਾਂ ਕੁਛ ਨਵਾਂ ਹੋਰ ਆਇਆ ਮੈਗਜ਼ੀਨ 'ਤੇ ਆਇਆ ਉਹ ਇਸ਼ੂ ਜਿਹੜੇ ਵੀ ਹੁੰਦੇ ਸੀ ਪ੍ਰੈਕਟੀਕਲੀ ਹੈ ਨਾ, ਉਹ ਸਾਰੇ ਕੱਟ ਕੇ ਰੱਖ ਲੈਂਦਾ ਸੀਗਾ। ਅੱਛਾ ਇਹ ਸੇਮ ਚੀਜ਼ ਪ੍ਰੈਜ਼ੀਡੈਂਟ ਰੋਜ਼ਵੈਲਟ ਕਲੈਕਟਡ ਸਟੈਂਪਸ ਟੂ, ਲੈ ਆ ਵੀ ਕਹਿੰਦਾ ਮੈਂ ਤਾਂ ਆਪ ਇਕੱਠਾ ਕਰਦਾ ਰਿਹਾ ਨਾ, ਇਹ ਵੀ ਬਹੁਤ ਵੱਡੀ ਗੱਲ ਹੈ ਕਿ ਉਹ ਬੰਦਾ ਕਰਦਾ ਰਹਿੰਦਾ ਸੀ ਕਿ ਸਟੈਂਪ ਇਕੱਠੇ ਕਰਦਾ ਸੀਗਾ। ਚਲੋ ਇਹ ਵੀ ਕਰਦਾ। ਐਨੀਵੇ ਹੇਅਰ ਇਜ਼ ਵਟ ਹੈਪਨ ਐਟ ਗ੍ਰੈਂਡ ਸੈਂਟਰ, ਹੁਣ ਕੀ ਪਤਾ ਉੱਥੇ ਹੋਇਆ ਕੀ ਸੀਗਾ, ਉਹ ਗੱਲ ਫਿਰ ਹਜੇ ਖੜੀ ਹੈ। ਵਨ ਨਾਈਟ ਲਾਸਟ ਸਮਰ ਆਈ ਵਰਕਡ ਲੇਟ ਐਟ ਦਾ ਆਫਿਸ, ਕਹਿੰਦਾ ਇੱਕ ਦਿਨ ਕੀ ਹੈ ਮੈਂ ਬਹੁਤ ਰਾਤ ਤੱਕ ਕੰਮ ਕਰਦਾ ਪਿਆ ਸੀ
ਤੇ ਆਫਿਸ ਦੇ ਵਿੱਚ ਲੇਟ ਹੋ ਗਿਆ ਸੀ। ਚਲੋ ਉੱਥੋਂ ਆਈ ਵਾਜ਼ ਇਨ ਹਰੀ ਟੂ ਗੈਟ ਅਪ ਟਾਊਨ। ਕਹਿੰਦਾ ਹੁਣ ਮੈਨੂੰ ਐ ਸੀ ਮੈਂ ਜਲਦੀ ਜਲਦੀ ਨਿਕਲਾਂ, ਹਰੀ ਕੀ ਕਾਲੀ ਹੁੰਦੀ ਇਹਨੂੰ, ਕਹਿੰਦਾ ਮੈਨੂੰ ਸੀ ਮੈਂ ਜਲਦੀ ਜਲਦੀ ਨਿਕਲਾਂ ਕਿੱਥੇ, ਅਪ ਟਾਊਨ, ਮੈਂ ਸ਼ਹਿਰ ਵੱਲ ਆਪਦੇ ਘਰ ਵੱਲ ਜਲਦੀ ਪਹੁੰਚਾਂ, ਠੀਕ ਹੈ, ਮੇਰੀ ਆਪਦੀ ਸਿਟੀ ਵੱਲ ਪਹੁੰਚਾ ਜਲਦੀ। ਸੋ ਆਈ ਡਿਸਾਈਡਡ ਟੂ ਟੇਕ ਦਾ ਸਬਵੇ ਫਰੋਮ ਗ੍ਰੈਂਡ ਸੈਂਟਰਲ ਬਿਕੋਜ਼। ਅੱਛਾ ਹੁਣ ਕਹਿੰਦਾ ਮੈਂ ਕੀ ਡਿਸਾਈਡ ਕਰ ਲਿਆ ਕਿ ਮੈਂ ਲਵਾਂ ਸਬਵੇ ਫਰੋਮ ਗ੍ਰੈਂਡ ਸੈਂਟਰਲ। ਅੱਛਾ ਸਬਵੇ ਦਾ ਮੀਨਿੰਗ ਇੱਥੇ ਇਹ ਨਹੀਂ ਜਿਹੜਾ ਆਪਾਂ ਖਾਣ ਜਾਂਦੇ ਸਬਵੇ ਸਰਫਰ ਨਹੀਂ, ਇੱਥੇ ਸਬਵੇ ਦਾ ਮੀਨਿੰਗ ਕੀ ਹੈ ਦੇਖੋ, ਸਬਵੇ ਦਾ ਮੀਨਿੰਗ ਹੈ ਅ ਟਨਲ ਅੰਡਰ ਏ ਰੋਡ ਫॉर ਯੂਜ਼ ਬਾਈ ਪੈਡੈਸਟਰੀਅਨ। ਜਿਹੜੇ ਲੋਕ ਤੁਰ ਕੇ ਜਾਣਾ ਚਾਹੁੰਦੇ ਨੇ ਔਰ ਟਨਲ ਹੋਵੇ ਜਿਹੜੇ ਕਿ ਜਲਦੀ ਪਹੁੰਚ ਸਕਦੇ ਨੇ। ਸਬਵੇ ਫਰੋਮ ਗ੍ਰੈਂਡ ਸੈਂਟਰਲ। ਅੱਛਾ ਡਿਸਾਈਡ ਕਰ ਲਿਆ ਕਹਿੰਦਾ ਕਿ ਸਬਵੇ ਤੋਂ ਚੱਲਦੇ ਆਪਾਂ, ਮਤਲਬ ਇੱਕ ਕੀ ਟਨਲ ਤੋਂ ਚੱਲਦੇ ਆ ਜਿੱਥੋਂ ਕਿ ਮੈਂ ਜਲਦੀ ਪਹੁੰਚ ਸਕੂੰਗਾ। ਜਿੱਥੇ ਲਿਖਿਆ ਵੀ ਇਹਨਾਂ ਨੇ ਬਿਕੋਜ਼ ਇਟਸ ਫਾਸਟਰ ਦੈਨ ਦਾ ਬੱਸ, ਕਿਉਂਕਿ ਕੀ ਬੱਸ ਨੇ ਜਾਣਾ ਉੱਤੋਂ ਦੀ ਬਹੁਤ ਟਾਈਮ ਲਾ ਕੇ ਵੀ ਰਸ਼ ਹੋਊਗਾ, ਬਹੁਤ ਕੁਝ ਹੋਊਗਾ। ਟਨਲ ਤੁਰ ਕੇ ਜਾਓ, ਥੱਲੋਂ ਦੀ ਜਾਓ, ਕੋਈ ਰਸ਼ ਨਹੀਂ ਹੋਊਗਾ, ਤੁਰ ਕੇ ਆਉਦਾ ਜਾਈ ਚਲੋ ਜਿੱਥੇ ਮਰਜ਼ੀ। ਨਾਓ ਆਈ ਡੋਂਟ ਨੋ ਵਾਈ ਦਿਸ ਸ਼ੁੱਡ ਹੈਵ ਹੈਪਨ ਟੂ ਮੀ। ਹੁਣ ਮੇਰੇ ਨਾਲ ਕਿਉਂ ਹੋਣਾ ਚਾਹੀਦਾ ਸੀ ਇਹ ਮੈਨੂੰ ਨਹੀਂ ਪਤਾ, ਕੁਝ ਹੋਇਆ ਇਹਦੇ ਨਾਲ ਕਿ ਆਈ ਐਮ ਜਸਟ ਐਨ ਆਰਡੀਨਰੀ ਗਾਏ ਨੇਮ ਚਾਰਲੀ। ਮੇਰਾ ਤਾਂ ਯਾਰ ਸਧਾਰਨ ਜਿਹਾ ਬੰਦਾ, ਮੈਂ ਮੇਰਾ ਨਾਮ ਚਾਰਲੀ ਹੈ, 31 ਈਅਰਸ ਓਲਡ ਮੈਂ ਹੈਗਾ। ਮੈਂ ਆਈ ਐਮ ਵੀਅਰਿੰਗ ਟੈਨ ਗੈਬਰਡਾਈਨ ਸੂਟ ਅ ਸਟ੍ਰॉ ਹੈਡ ਵਿਦ ਫੈਂਸੀ ਬੈਂਡ। ਕਹਿੰਦਾ ਕਿ ਮੈਂ 31 ਸਾਲਾਂ ਦਾ ਬੰਦਾ ਯਾਰ, ਚਾਰਲੀ ਨਾਮ ਹੈ, ਸਧਾਰਨ ਬੰਦਾ ਮੈਂ। ਕਹਿੰਦਾ ਕੀ ਚੱਕਰ ਹੈ, ਮੈਂ ਕੱਪੜੇ ਵੀ ਪਾਏ ਹੋਏ ਨੇ, ਕੀ ਹੈ ਟੈਨ ਗੈਬਰਡਾਈਨ ਸੂਟ ਪਾਇਆ ਹੋਇਆ ਮੇਰਾ। ਗੈਬਰਡਾਈਨ ਸੂਟ ਕਿਹੜਾ ਹੁੰਦਾ ਜੀ, ਆਹ ਸੀ ਜੀ ਗੈਬਰਡਾਈਨ ਸੂਟ, ਜਿਹੜੇ ਕਿ ਆਪਾਂ ਦੇਖਿਆ ਵੀ ਫਿਲਮਾਂ ਦੇ ਵਿੱਚ ਲੰਮੇ ਕੋਟ ਪਾਏ ਹੁੰਦੇ ਨੇ, ਟੈਨ ਆਹੀ ਰੰਗ ਦਾ ਪਾਇਆ ਸੀ ਉਹਦੇ, ਟੈਨ ਗੈਬਰਡਾਈਨ ਸੂਟ ਪਾਇਆ ਹੋਇਆ ਸੀ ਜੀ ਉਹਦੇ। ਚਲੋ ਸੂਟ ਪਾਇਆ ਸੀਗਾ। ਸਟ੍ਰॉ ਹੈਡ ਵਿਦ ਫੈਂਸੀ ਬੈਂਡ, ਜਿਹੜੇ ਕਿ ਕੋਈ ਨਹੀਂ ਲੰਮੀਆਂ ਜਿਹੀਆਂ ਟੋਪੀਆਂ ਹੁੰਦੀਆਂ ਨੇ, ਜਿਹੜੇ ਘੋੜੇ ਚਲਾਉਣ ਵਾਲੇ ਵੀ ਪਾ ਕੇ ਰੱਖਦੇ ਨੇ, ਜਾਂ ਕੀ ਇਹੀ ਕਿ ਭੂਰੇ ਜੀ ਹੁੰਦੀ ਹੈ, ਲੰਮੀ ਜੀ ਹੁੰਦੀ ਹੈ, ਉਹ ਵਾਲੀ ਉਹਨੇ ਹੈਡ ਪਾਈ ਸੀ ਜਿੱਥੇ ਕੀ ਉਹਨੇ ਬੈਂਡ ਫੈਂਸੀ ਬੈਂਡ ਲੱਗੇ ਹੋਏ ਸੀਗੇ। ਆਈ ਪਾਸਡ ਏ ਡਜ਼ਨ ਮੈਨ। ਕਹਿੰਦੇ ਕਿ ਮੇਰੇ ਪਾਸਟ ਕੀਤੇ ਡਜ਼ਨ ਮੈਨ, ਮੇਰੇ ਕੋਲ 12-13 ਬੰਦੇ ਨਿਕਲ ਰਹੇ ਸੀ ਜਿਹੜੇ ਕਿ ਜਸਟ ਲਾਈਕ ਮੀ, ਮੇਰੇ ਵਰਗੇ ਹੀ ਲੱਗ ਰਹੇ ਸੀ, ਸਾਰਿਆਂ ਨੇ ਇੱਕੋ ਜਿਹੇ ਕੱਪੜੇ ਪਾਏ ਹੋਏ ਸੀ, ਮਤਲਬ ਸੇਮ ਜਿਹੇ ਬੰਦੇ ਸੀ। ਐਂਡ ਆਈ ਵਾਜ਼ਨਟ ਟਰਾਈਂਗ ਟੂ ਸਕੇਪ ਫਰੋਮ ਐਨੀਥਿੰਗ। ਮੈਨੂੰ ਕੋਈ ਕਾਹਲੀ ਨਹੀਂ ਸੀ, ਮੈਂ ਟਰਾਈ ਨਹੀਂ ਕਰ ਰਿਹਾ ਸੀ ਮੈਂ ਨਿਕਲ ਕੇ ਜਾਵਾਂ ਕਿਤੋਂ, ਜਲਦੀ ਭੱਜਾਂ। ਹਾਂ ਮੈਂ ਸਕੇਪ ਨਹੀਂ, ਭੱਜ ਨਹੀਂ, ਨਿਕਲ ਨਹੀਂ ਰਿਹਾ ਸੀ ਜਲਦੀ ਕਿਤੋਂ। ਆਈ ਜਸਟ ਵਾਂਟ ਟੂ ਗੈਟ ਹੋਮ ਟੂ ਲੋਇਜ਼ਾ। ਕਹਿੰਦਾ ਮੈਂ ਤਾਂ ਜਿੱਕਾ ਆਪਦਾ ਜਾਣਾ ਚਾਹੁੰਦਾ ਸੀ ਕਿਤੇ, ਆਪਦੀ ਘਰ ਵਾਲੀ ਕੋਲ ਜਾਣਾ ਚਾਹੁੰਦਾ ਸੀ, ਜਲਦੀ ਕਦੀ ਘਰੇ ਪਹੁੰਚ ਜਾ ਮੈਂ। ਆਈ ਟਰਨਡ into ਗ੍ਰੈਂਡ ਸੈਂਟਰਲ ਫਰੋਮ ਵੈਂਡਰਬਿਲਟ। ਅੱਛਾ ਮੈਨੂੰ ਤਾਂ ਐਸੀ ਕਹਿੰਦਾ ਮੈਂ ਇਹਦੇ ਵਿੱਚੋਂ ਨਿਕਲ ਜਾਂਦਾ ਗ੍ਰੈਂਡ ਸੈਂਟਰਲ ਫਰੋਮ ਵੈਂਡਰਬਿਲਟ ਤੋਂ, ਵੀ ਇੱਥੋਂ ਨਿਕਲ ਕੇ ਐਵਨਿਊ ਤੋਂ ਮੈਂ ਜਲਦੀ ਜਾ ਵੜੂੰਗਾ। ਅੱਛਾ ਉਹਨੇ ਕੀ ਕੀਤਾ, ਵੈਂਟ ਡਾਊਨ, ਥੱਲੇ ਨੂੰ ਗਿਆ, ਸਟੈਪਸ ਫਸਟ ਲੈਵਲ 'ਤੇ ਪਹੁੰਚ ਗਿਆ ਉਹ। ਵੇਅਰ ਯੂ ਟੇਕ ਟ੍ਰੇਨਸ ਲਾਈਕ 20th ਸੈਂਚੁਰੀ, ਜਿਵੇਂ ਕਿ ਅੱਜ ਕੱਲ੍ਹ ਆਪਾਂ ਟ੍ਰੇਨਾਂ ਲੈਂਦੇ ਹਾਂ, ਥੋੜ੍ਹੇ ਨੀਚੇ ਜਾਓ ਮੈਟਰੋ ਵਾਸਤੇ, ਆਪਾਂ ਕੀ ਥੱਲੇ ਪੌੜੀਆਂ ਉਤਰਾਂਗੇ, ਅੱਗੇ ਫਸਟ ਲੈਵਲ ਦੇ ਉੱਤੇ ਕੀ ਮੈਟਰੋ ਆਉਂਦੀ ਹੈ, ਮੈਟਰੋ ਲਓ ਤੇ ਜਾਓ ਜਿਵੇਂ ਕਿ ਹੁੰਦਾ ਨੋਰਮਲੀ। ਦੈਨ ਆਈ ਵਾਕ ਡਾਊਨ ਅਨਦਰ ਫਲਾਈਟ ਟੂ ਦਾ ਸੈਕਿੰਡ ਲੈਵਲ। ਫਿਰ ਮੈਂ ਕਹਿੰਦਾ ਮੈਂ ਕਿ ਦੂਜੇ ਲੈਵਲ 'ਤੇ ਗਿਆ, ਵੇਅਰ ਦਾ ਸਬ ਅਰਬਨ ਟ੍ਰੇਨਸ ਲੀਵ ਫਰੋਮ, ਜਿਵੇਂ ਜਿੱਥੇ ਕਿ ਸਬ ਅਰਬਨ ਕਿਹੜੀਆਂ ਹੁੰਦੀਆਂ ਨੇ ਸ਼ਹਿਰੀ, ਸਬ ਅਰਬਨ ਜਿਹੜੀਆਂ ਕਿ ਨਾ ਸ਼ਹਿਰੀ ਸੀ ਨਾ ਹੀ ਕਿ ਪੇਂਡੂ ਸੀ ਜ਼ਿਆਦਾ, ਤਾਂ ਉਹ ਵਾਲੀ ਟ੍ਰੇਨਸ ਉੱਥੋਂ ਜਾਂਦੀਆਂ ਸੀਗੀਆਂ। ਚਲੋ ਉੱਥੇ ਕੀ ਹੈ, ਡਗਡ ਇਨਟੂ ਐਨ ਆਰਚ ਡੋਰਵੇ ਹੈਡਿੰਗ ਫॉर ਦਾ ਸਬਵੇ। ਸਬਵੇ ਤਾਂ ਆਪਾਂ ਦੇਖੀਏ ਟਨਲ ਹੁੰਦੀ ਹੈ, ਟਨਲ ਦੇ ਕਹਿੰਦੇ ਕੀ ਆ ਉੱਥੇ ਮੀਨਿੰਗ ਦੇਖਦੇ ਆਪਾਂ, ਡਗਡ ਇਨਟੂ ਤੇ ਆਰਚ ਡੋਰਵੇ। ਆਰਚ ਡੋਰਵੇ ਸਮਥਿੰਗ ਦੈਟ ਆਰਚ ਇਜ਼ ਕਰਵਡ ਅਰਾਊਂਡ। ਅੱਛਾ ਜਿਹੜੀ ਟਨਲ ਹੁੰਦੀ ਹੈ ਗੋਲ ਹੁੰਦੀ ਹੈ, ਉਹ ਕਹਿੰਦਾ ਨੀਚੋਂ ਕਿ ਇੱਕ ਗੇਟ ਬਣੇ ਹੋਏ ਸੀ ਜਿਹੜੇ ਕਿ ਗੋਲ ਜੀ ਸ਼ੇਪ ਦੇ ਸੀਗੇ, ਨੀਚੇ ਜਿਹੜੇ ਸੀਗੇ ਡਗਡ ਇਨਟੂ ਟੂ ਮੂਵ ਯਰ ਹੈਡ, ਜਿਹੜੇ ਤੋਂ ਨਿਕਲਣ ਵੇਲੇ ਆਪਾਂ ਨੂੰ ਕੀ ਆਪਦਾ ਜਿਹੜਾ ਸਿਰ ਹੈ ਨੀਚੇ ਨੂੰ ਕਰਕੇ ਜਲਦੀ ਜਲਦੀ ਨਿਕਲ ਸਕਦੇ ਹਾਂ ਆਪਾਂ, ਠੀਕ ਹੈ। ਉਹ ਵਾਲੀ ਤਾਂ ਐਵੇਂ ਹੀ ਹੁੰਦਾ ਵੀ ਕੀ ਹੈ ਜਿਹੜਾ ਆਪਣਾ ਸਿਰ ਹੈ ਜਾਂ ਉੱਪਰਲੀ ਚੀਜ਼ ਹੈ ਉਹ ਟਕਰਾਣਾ ਜਾਵੇ ਉਸ ਚੀਜ਼ ਦੇ ਨਾਲ, ਡੋਰ ਦੇ ਨਾਲ। ਚਲੋ ਉੱਥੇ ਕਹਿੰਦੇ ਕੀ ਹੈ, ਹੈਡ ਸਿੰਗ ਫॉर ਸਬਵੇ, ਤੇ ਮੈਂ ਉੱਥੋਂ ਟ੍ਰੇਨ ਜਿਹੜੀ ਨਿਕਲਦੀਆਂ ਨੇ ਉੱਥੋਂ ਕਹਿੰਦਾ ਡਗਡ ਇਨਟੂ ਆਪਦਾ ਨਿਕਲ ਰਿਹਾ ਸੀ ਹੈਡਿੰਗ ਫॉर ਦਾ ਸਬਵੇ, ਟਨਲ ਵਾਸਤੇ ਜਾਣ ਵਾਸਤੇ, ਤੇ ਗਾਟ ਲੌਸਟ, ਪਰ ਉਹ ਜਾਂਦਾ ਟਨਲ ਵੱਲ ਤੇ ਮੈਂ ਤਾਂ ਗਵਾਚ ਗਿਆ। ਦੈਟਸ ਈਜ਼ੀ ਟੂ ਡੂ, ਕਹਿੰਦੇ ਕੀ ਹੈ ਆਸਾਨ ਜੀ ਗੱਲ ਹੈ। ਆਈ ਹੈਵ ਬੀਨ ਇਨ ਆਊਟ ਆਫ ਗ੍ਰੈਂਡ ਸੈਂਟਰਲ 100 of times, ਮੈਂ ਤਾਂ ਕਹਿੰਦਾ ਪਹਿਲਾਂ ਵੀ ਬਹੁਤ ਵਾਰੀ ਕਹਿੰਦੇ ਕੀ ਹੈ ਗਿਆ ਅੰਦਰ ਤੇ ਬਾਹਰ ਆਇਆ, ਗ੍ਰੈਂਡ ਸੈਂਟਰਲ 100 of times ਬਹੁਤ ਵਾਰੀ ਗਿਆ ਅੰਦਰ ਗਿਆ। ਬਟ ਆਈ ਐਮ ਆਲਵੇਜ਼ ਬੰਪਿੰਗ ਇਨਟੂ ਨਿਊ ਡੋਰਵੇਜ਼। ਬੰਪਿੰਗ ਇਨਟੂ ਦਾ ਮੀਨਿੰਗ, ਬੰਪਿੰਗ ਇਨਟੂ ਦਾ ਮੀਨਿੰਗ ਹੁੰਦਾ ਹੈ ਟੂ ਕਮ ਅਪੌਨ ਫੇਸ ਟੂ ਫੇਸ। ਕਹਿੰਦੇ ਜਦੋਂ ਮੈਨੂੰ ਕੀ ਆ ਹਮੇਸ਼ਾ ਨਵੀਆਂ ਚੀਜ਼ਾਂ ਮਿਲਦੀਆਂ ਨੇ, ਆਲਵੇਜ਼ ਬੰਪਿੰਗ ਇਨਟੂ ਫੇਸ ਟੂ ਫੇਸ ਕੀ ਹੈ, ਮੈਨੂੰ ਹਮੇਸ਼ਾ ਫੇਸ ਕਿੱਥੇ ਆ ਮਿਲਦਾ, ਮੈਂ ਨਿਊ ਡੋਰਵੇਜ਼, ਕਿ ਹਮੇਸ਼ਾ ਮੈਨੂੰ ਨਵੇਂ ਹੀ ਦਰਵਾਜ਼ੇ ਮਿਲਦੇ ਨੇ, ਸਟੇਅਰਸ ਮਿਲਦੀਆਂ ਨੇ, ਕੋਰੀਡੋਰਸ ਮਿਲਦੇ ਨੇ। ਕਹਿੰਦਾ ਉਹੀ ਗੱਲ, ਕਹਿੰਦਾ ਮੈਂ ਜਿੱਥੇ ਜਾਵਾਂ ਮੈਨੂੰ ਨਵੇਂ ਸਰਾਫ ਮਿਲ ਜਾਂਦੇ ਨੇ। ਵੰਸ ਆਈ ਗੋਟ ਇਨ ਟੂ ਏ ਟਨਲ ਅਬਾਊਟ ਏ ਮਾਈਲ ਲੌਂਗ ਐਂਡ ਕੇਮ ਆਊਟ ਇਨ ਦਾ ਲੌਬੀ ਆਫ ਦਾ ਰੋਜ਼ਵੈਲਟ ਹੋਟਲ। ਕਹਿੰਦੇ ਇੱਕ ਵਾਰ ਦੀ ਗੱਲ ਹੈ, ਕਹਿੰਦਾ ਆਈ ਗੋਟ ਇਨ ਟੂ ਏ ਟਨਲ ਦੇ ਵਿੱਚ ਗਿਆ ਮੈਂ ਜਿਹੜੀ ਕਿ ਕੁਛ ਮਾਈਲ ਲੌਂਗ ਸੀਗੀ, ਤਾਂ ਨਿਕਲਿਆ ਕਿੱਥੇ, ਕਹਿੰਦਾ ਲੋਬੀ ਦੇ ਵਿੱਚ ਹੋਟਲ ਦੀ। ਕਹਿੰਦੇ ਲੈ ਇਹ ਕਿਵੇਂ ਹੋ ਗਿਆ,
मैं किधर च निकल गया ना। अनदर टाइम आई केम अप इन एन ऑफिस बिल्डिंग ऑन 46 स्ट्रीट। एक बार दी गल कहंदा मैं ऑफिस इन एन ऑफिस दी बिल्डिंग दे विच सीगा 46 स्ट्रीट्स 3 ब्लॉक्स अवे, जी कि बहुत 3 ब्लॉक्स अवे सी दूर सी। समटाइम्स आई थिंक ग्रैंड सेंट्रल इज ग्रोइंग लाइक ट्री। कहते कदे कदे मैं ऐ लगता जोड़ा कि ग्रैंड सेंट्रल है हौली हौली कहते ट्री वांगू की है वधी जाता उपर नो। पुशिंग आउट न्यू कॉरीडोर्स, ये अंदर ही अंदर अपने आप कॉरीडोर्स आई जाते हैं, अपने पौड़ियाँ बनी जांदियां ने, रूट्स लाइक जिवें होंदियां ने पौड़ियाँ रूट्स वांगू आई जांदियां ने है ना। द थर्ड लेवल 3 दैट देयर इज प्रॉबली ए लॉन्ग टनल दैट नोबडी नोज। कहता यार जी लॉन्ग टनल है शायद किसी को पता नहीं गा, नोबडी नोज अबाउट फीलिंग इट्स वे अंडर द सिटी राइट नाउ। जी हैगी है सिटी दे थल्ले, हैगी है सिटी दे थल्ले, शहर के नीचे ही है पर किसी को पता नहीं शायद। ऑन इट्स वे टू टाइम स्क्वेयर नाम हो किसी का। मे बी अनदर टू सेंट्रल पार्क, जी कि वेज टू टाइम स्क्वेयर तो लैके कितने सेंट्रल पार्क के निकल जाती होगी। मे बी बिकॉज फॉर सो मैनी पीपल थ्रू द ईयर्स, कहते कि बहुत लोग आते जाते रहते हैं सेंट्रल पार्क के आते हैं तो निकल जाते हैं, एग्जिट हो जाते हैं। अ वे ऑफ एस्केप, सारे पता भी रास्ता है इतों निकल जाते हैं। मे बी दैट्स हाउ द टनल आई गॉट इनटू। कहता मैंने इस टनल वड़ता गए हैं वो दूजे पासे निकल जू कितने जाके है ना। बट आई नैवर टोल्ड माई कमले दोस्त नाल गल, मैं कहता गल ही नहीं की आइडिया वाले नाल। चलो द कॉरीडोर आई वॉज इन बिगैन एंगलिंग लैफ्ट, जिस मैं कॉरीडोर के अंदर गया वो अचानक कहते कि एंगलिंग लैफ्ट नाल दी नाल मुड़दा, वो लैफ्ट मुड़दा। स्लैंटिंग डाउनवर्ड, स्लैंटिंग की डाउन थले जा रहा हो। आई थॉट दैट वाज रॉन्ग, मैं लगता यार गलत पासे आ गया शायद मैं। बट आई कैप्ट ऑन वॉकिंग, पर मैं तुरया गया। ऑल आई कुड हीयर वाज द एम्प्टी साउंड ऑफ माई ओन फुटस्टैप्स। एक समय ते जाके कहना मैनू तो आपदे पैरों के तुरन की आवाज़ आउण लग गई सी, इन्नी शांति सी। ते आई डिडंट पास ए सॉ, ते मेरे कोलों कोई रूह नहीं टप्पी, कोई बंदा नहीं टप्पिया, कोई रूह नहीं टप्पी, इन्नी ज़्यादा शांति से उत्थे। दैन आई हर्ड दैट सॉर्ट ऑफ होलो रोर अहेड दैट मीनस ओपन स्पेस एंड पीपल टाकिंग। फिर मैंने सुनिया एक कि जिथे आप सुनिया होगा टनल या नेरे दे जो कोई चानल या किते कोई जिथों राह निकलता है तो उत्थे चानन दिख रहा होंदा ते एक आवाज़ आ रही होंदी है, हवा दी आउंदी होवे या जो गल्लां हो रही वो देख सुनन लग जांदियां आपां नूं, उवें उहनूं पता लग रहा कुछ कि राह हैगा जां कोई चानन पै गया उहनूं। द टनल टर्नड शार्प लैफ्ट, उतों नाल दे नाल लैफ्ट होया हो। आई वेंट डाउन ए शॉर्ट फ्लाइट ऑफ स्टेयर्स, थले पौड़ियां उतरदा है, थले पौड़ियां उतर के केम आउट द थर्ड लैवल एट ग्रैंड सेंट्रल स्टेशन। लो जी पहुँच गए जनाब जिथे रौला पाया इन्हें तीजे लैवल ग्रैंड सेंट्रल स्टेशन के उत्ते पहुँच गया। फॉर जस्ट ए मूवमेंट उत्थे रुक के कहता की सोचता हो। आई थॉट आई वॉज बैक ऑन द सैकेंड लैवल, मैं लगता कहता मैं दूजे लैवल की आ गया फिर। बट आई सा द रूम वाज स्मॉलर, पर उत्थे कमरे जिहड़े सी छोटे सीगे। देर वर फीवर टिकट विंडोज, घट सीगे टिकट विंडोज। ट्रेन गेट सीगी एक ते एंड इनफॉर्मेशन बूथ द सेंटर वाज वुड ऑल्ड लुकिंग। सारा की है जिहड़ा इनफॉर्मेशन बूथ सीगा सेंटर ते विच ओह लक्कड़ दा बनिया सी ते पुरानी लुकिंग दा लग रहा सी। एंड द मैन इन द बूथ वोर ए ग्रीन आई शेड। अच्छा जिहड़ा मैन सीगा उन्हें जिहड़ा बैठा सी उहदे विच बूथ दे विच उहदे आई शेड कहंदे जिहड़े अखां दे पर्दे सीगे वो हरे हरे सीगे। लॉन्ग ब्लैक स्लीप प्रोटैक्टर पाए हुए सीगे जिहड़े कुड़ियां दे स्कूटर चलाउण वर्गे पाए हुंदे। द लाइट्स वर डिम एंड सॉर्ट ऑफ फ्लिकरिंग, लाइटां जिहड़ियां डिम चल रही सीगियां ते फ्लिकरिंग की जगमग आ रही सीगियां। दैन आई सा वाई दे वर ओपन फ्लेम गैस लाइट्स। फिर उन्हें कहते कि गैस लाइट जी एक ना पाइप के धुआं निकलता, फिल्मों देखा होगा जो कितों कोई निकलता है नेरे के तो धुआं जहा निकलिया होंगे। कहना ओपन फ्लेम गैस लाइट्स निकल रही सी, एक लाइट चल रही सी इधर धुआं चल रहा सीगा तो उत्थों मैं निकल के अगे गया देखा। नैक्सट देर वर ब्रास स्पिटून्स ऑन द फ्लोर। अच्छा कहते हुण आ की स्पिटून्स देख लेने आप। ब्रास स्पिटून्स, आ स्पिटून इज ए बाउल अदर कंटेनर दैट्स मेड फॉर स्पिटिंग इनटू। अच्छा थुकण वास्ते एक की पित्तल का भांडा बना रखा सी जिहड़ा कि फ्लोर के उत्ते पिया सी। लै कमले चलो। एंड अक्रॉस द स्टेशन अ ग्लिंट ऑफ लाइट कॉट माई आई। ग्लिंट का मीनिंग अ स्मॉल फ्लैश ऑफ लाइट स्पैशली रिफ्लैक्ट वन। अच्छा जो भी की अचानक कोई लाइट पैंदी है उवें कहंदे मीनिंग दा। अच्छा अक्रॉस द स्टेशन, स्टेशन के की है ग्लिंट ऑफ लाइट कॉट माई आई, मेरी अखां दे जी की लाइट अचानक फ्लैश पै रही सी वो पई। अ मैन वाज पुलिंग ए गोल्ड वाच, उहदे विचों की है एक बंदा जिन्हें कि गोल्ड वाच कटी, कित्थों कटी सी वैस्ट पॉकेट दे विचों। वैस्ट का मीनिंग की हुंदा जी,
ਵੈਸਟ ਉਹੀ ਹੈ ਕਿ ਆਪਣੇ ਜਿਹੜੇ ਥੱਲੇ ਜਿਨ੍ਹਾਂ ਦੇ ਸਲੀਵਸ ਨਹੀਂ ਹੁੰਦੀਆਂ ਨੇ, ਜਿਹਨੂੰ ਜੈਕਟ ਵੀ ਕਹਿੰਦੇ ਆਪਾਂ, ਜਾਂ 3 ਪੀਸ ਸੂਟ ਦੇ ਚੀਜ਼ਾਂ ਪਾਈ ਹੁੰਦੀ ਆ, ਉਹਦੇ ਵਿੱਚ ਉਹਨੇ ਇੱਕ ਕੀ ਹੈ ਘੜੀ ਕੱਢੀ ਸੀਗੀ। ਉਹ ਘੜੀ ਕੱਢ ਕੇ ਉਹਨੇ ਸਨੈਪਡ ਓਪਨ ਦਾ ਕਵਰ। मीनिंग देखो, वेस्ट अंडरगारमेंट वॉन द अपर पार्ट ऑफ द बॉडी टिपिकली हैविंग नो स्लीव्स। हाँ जी, स्लीव्स ना होण ਉਹਦੇ ਵਿੱਚ ਉਹਨੇ ਕੀ ਇੱਕ ਘੜੀ ਕੱਢੀ। ਸਨੈਪਡ ਕਹਿੰਦੇ ਕਿ ਬ੍ਰੇਕ ਸਡਨਲੀ, ਅਚਾਨਕ ਕੱਢੀ ਆਵਾਜ਼ ਆਵੇ ਜਿਹਦੀ ਕੰਪਲੀਟਲੀ ਟਿਪਿਕਲੀ ਵਿਦ ਦ ਸ਼ਾਰਪ ਕ੍ਰੈਕਿੰਗ ਸਾਊਂਡ, ਕੜਕ ਦੀ ਆਵਾਜ਼ ਆਵੇ ਜਦੋਂ, ਉਹਨੂੰ ਕਹਿੰਦੇ ਨੇ। ਇੱਥੇ ਲਿਖਿਆ ਵੀ ਹੈ ਕਿ ਹੀ ਸਨੈਪਡ ਓਪਨ ਦਾ ਕਵਰ, ਜੋ ਕਵਰ ਖੋਲਦਾ ਅਚਾਨਕ ਟਕ ਦੀ ਆਵਾਜ਼ ਆਉਂਦੀ ਹੈ। ਗਲੈਂਸਡ ਐਟ ਹਿਜ਼ ਵਾਚ ਐਂਡ ਫਰੌਂਡ। ਗਲੈਂਸਡ ਦਾ ਮੀਨਿੰਗ ਕੀ ਆ ਗਿਆ? ਟੇਕ ਏ ਬਰੀਫ ਔਰ ਹਰੀ ਲੁੱਕ। ਜਿਵੇਂ ਬਰੀਫ ਕੀ ਆ, ਪੂਰਾ ਧਿਆਨ ਨਾਲ ਦੇਖਣਾ। ਹਰੀ ਲੁੱਕ ਕੀ ਹੈ, ਧਿਆਨ ਨਾਲ ਦੇਖ ਰਿਹਾ ਸੀ ਵੀ ਕੋਈ ਕਾਲੀ ਤਾਂ ਨਹੀਂ, ਇਹਨੂੰ ਲੁੱਕ ਕਿਵੇਂ ਆ, ਚਿਹਰਾ ਖਰਾਬ ਜਿਹਾ ਹੋਇਆ ਪਿਆ, ਭੱਜਣ ਵਾਲਾ ਹੋਇਆ ਪਿਆ ਉਹਦਾ। ਠੀਕ ਹੈ। ਫਰੋਮ ਦਾ ਮੀਨਿੰਗ ਕੀ ਹੈ? ਫੋਰੋ ਵਨਸ ਬ੍ਰੋਜ਼ਨ ਐਕਸਪ੍ਰੈਸ਼ਨ ਇੰਡੀਕੇਟਿੰਗ ਡਿਸਅਪਰੂਵਲ, ਜਦੋਂ ਕੀ ਹੈ ਡਿਸਪਲੇਜ਼ਰ, ਖੁਸ਼ੀ ਦੇ ਨਾਲ ਬੰਦਾ ਨਾ ਦੇਖ ਰਿਹਾ ਹੋਵੇ, ਉਸ ਚੀਜ਼ ਨੂੰ ਕਹਿੰਦੇ ਆ। ਚਲ, ਗਲੈਂਸਡ ਇਜ਼ ਅ ਵਾਚ ਐਂਡ ਫਰਾਉਂਡ, ਉਹਨੇ ਦੇਖਿਆ ਵੀ ਟਾਈਮ ਬਹੁਤਾ ਹੋਇਆ ਪਿਆ। ਠੀਕ ਹੈ। ਹੀ ਵੋਰ ਏ ਡਰਬੀ ਹੈਟ ਬਲੈਕ 4 ਬਟਨ सूट विद टिनी लैपल्स। चलो मीनिंग चेक करिए। अच्छा, डरबी हैट ता वाली होगी जी। लैपल्स का मीनिंग की है? द पार्ट ऑन ईच साइड ऑफ द कोट और जैकेट इमीडिएटली बिलो द कॉलर विच इज फोल्डड बैक ऑन ईदर साइड ऑफ द फ्रंट। मुड़िया नहीं होंगे, तुसीं आप याद रखो, जो कोट दे हमेशा की साइड तो मुड़िया होंगे, उन्होंने कहते लैपल्स। दोनों साइड तो मुड़िया होंगे ज़्यादातर, तो उन्होंने कहते लैपल्स। चलो, लैपल्स हो गए। कहते सूट पाया से इस तरह टिनी लैपल्स ही थोड़ा थोड़ा। ही हैड ए बिग ब्लैक हैंडल बार मुस्टैचे। हैंडल बार मुस्टैचे किहड़ियां होंदियां जी? देखो, हैंडल बार मुस्टैचिस जिहड़ी इहदे विच साइकिल दे हैंडल वांगू होण, ਉਹਨੂੰ ਕਹਿੰਦੇ ਨੇ हैंडल बार मुस्टैचिस। अच्छा, ਉਹਦੇ मुस्टैचिस ਸੀ इस तरह। then I looked around, then I saw that everyone in the station was dressed like 1819 something, ਜਿਹੜੇ ਕਿ 18ਵੀਂ ਸਦੀ ਦੇ ਕੱਪੜੇ ਹੁੰਦੇ ਸੀ, ਉਸ ਤਰੀਕੇ ਦੇ ਸਾਰਿਆਂ ਦੇ ਕੱਪੜੇ ਪਾਏ ਹੋਏ ਸੀ ਉਸ ਸਟੇਸ਼ਨ ਤੇ। ਤੇ ਤੀਜੇ ਲੈਵਲ ਦੀ ਗੱਲ ਕਰ ਰਿਹਾ। I never saw so many beards, ਕਹਿੰਦਾ ਮੈਂ ਇੰਨੀਆਂ ਦਾੜੀਆਂ, ਇੰਨੇ ਸਾਈਡ ਬਨ ਫੈਂਸੀ ਮੁਸਟੈਚਿਸ ਮੈਂ ਜ਼ਿੰਦਗੀ ਦੇਖਿਆ ਨਹੀਂ ਸੀ। ਪਰ ਜਿਹੜੇ 18ਵੀਂ ਸਦੀ ਦਾ ਸਮਾਂ ਸੀਗਾ, ਉਹ 'ਚ ਜ਼ਿਆਦਾਤਰ ਲੋਕ ਦਾੜੀਆਂ, ਮੁੱਛਾਂ ਇਸ ਤਰੀਕੇ ਦਾ ਰੱਖਦੇ ਸੀਗੇ। A woman walked in through the train gate, ਟ੍ਰੇਨ ਗੇਟ ਦੇ ਵਿੱਚੋਂ ਇੱਕ ਵੂਮਨ ਉੱਥੇ ਤੁਰ ਰਹੀ ਸੀਗੀ। She wore a dress with the leg of mutton sleeves and skirts to the top of her high button shoes। ਮਟਨ ਸਲੀਵਸ ਕਿਹੜੇ ਹੁੰਦੇ ਨੇ? ਜਿਹੜੇ ਕਿ ਬਾਹਾਂ ਦੇ ਉੱਤੋਂ ਫੁੱਲੇ ਹੋਣ, ਤਾਂ ਉਹਨਾਂ ਨੂੰ ਕਹਿੰਦੇ ਨੇ ਮਟਨ ਸਲੀਵਸ। ਠੀਕ ਹੈ ਜੀ। ਤੇ ਹਾਈ ਬਟਨ ਸ਼ੂਜ਼, ਜਿਨ੍ਹਾਂ ਦੇ ਕਿ ਇੰਨੇ ਬਟਨ ਲੱਗੇ ਹੋਣ, ਉਹਨਾਂ ਨੂੰ ਕਹਿੰਦੇ ਨੇ ਕਿ ਹਾਈ ਬਟਨ ਸ਼ੂਜ਼। ਇਸ ਤਰੀਕੇ ਦੇ ਉਹਦੇ ਕੱਪੜੇ ਪਾਏ ਸੀ ਤੇ ਬੂਟ ਪਾਏ ਹੋਏ ਸੀਗੇ। ਬੈਕ ਆਫ ਹਰ ਆਊਟ ਔਨ ਦਾ ਟਰੈਕਸ I caught a glimpse of a locomotive। ਲੋਕੋਮੋਟਿਵ ਦਾ ਮੀਨਿੰਗ ਚੈੱਕ ਕਰੀਏ। ਝਲਕ ਤਾਂ ਗਲਿੰਪਸ ਨਾਲ ਕੀ ਝਲਕ ਪਈ ਉਹਨੂੰ। ਲੋਕੋਮੋਟਿਵ ਕੇ ਪਾਵਰਡ ਰੇਲਵੇ ਵਹੀਕਲ ਯੂਜ਼ ਫॉर ਪੁਲਿੰਗ ਟ੍ਰੇਨਸ, ਤੇ ਟ੍ਰੇਨਾਂ ਨੂੰ ਖਿੱਚ ਕੇ ਲੈ ਕੇ ਆਉਂਦੇ ਨੇ, ਇੰਜਨ ਹੋ ਗਿਆ ਜਾਂ ਕੋਈ ਆਇਆ ਹੋਣਾ। ਚਲੋ, ਫਿਰ ਬੈਕ ਆਫ ਆਰ ਆਊਟ ਔਨ ਦਾ ਟਰੈਕਸ ਦੇਖਿਆ, ਕਹਿੰਦੇ ਕੀ ਹੈ ਗਲਿੰਪਸ ਹੋਇਆ, ਝਲਕ ਪਈ ਕਿਹਦੀ? ਲੋਕੋਮੋਟਿਵ ਦੀ। ਟ੍ਰੇਨ ਆ ਗਈ ਹੋਣੀ ਹੈ, ਜਾਂ ਫਿਰ ਕੀ ਹੈ ਕੋਈ ਇਕੱਲਾ ਇੰਜਨ ਆਇਆ ਹੋਣਾ। then I knew to make sure I walked over to news boy ਤੱਕ ਮੈਂ ਗਿਆ, ਜਦ ਕੀ ਅਖਬਾਰ ਵੜਦਾ ਫਿਰਦਾ ਹੋਣਾ। glanced at the stack of paper at fees। ਅੱਛਾ, ਉਹਦੇ ਅਚਾਨਕ ਕਹਿੰਦੇ ਕੀ ਆ, ਇੰਨਾ ਹੜਬੜੀ ਦੇ ਵਿੱਚ ਉਹ 'ਚ ਪੇਪਰ ਡਿੱਗ ਪਏ ਉਹਦੇ ਕੋਲੋਂ, ਨਿਊਜ਼ ਬॉय ਕੋਲੋਂ। ਸਟੈਕ ਆਫ ਪੇਪਰ ਸੀ ਜਿਹੜੇ ਕਿ ਪੈਰਾਂ 'ਚ ਪਏ ਸੀ ਉਹਦੇ, ਤੇ ਜਾਂ ਡਿੱਗ ਗਏ ਹੋਣੇ ਉਹਦੇ ਕੋਲੋਂ। ਇਟ ਵਾਸ ਦਾ ਵਰਲਡ ਐਂਡ ਦਾ ਵਰਲਡ ਹੈਜ਼ਨਟ ਬੀਨ ਪਬਲਿਸ਼ਡ ਫॉर ਈਅਰਸ। ਅੱਛਾ, ਉੱਥੇ ਜਿਹੜੇ ਸੀਗੇ ਦਾ ਵਰਲਡ ਐਂਡ ਦਾ ਵਰਲਡ ਹੈਜ਼ਨਟ been published for years, ਅਜੇ ਤੱਕ ਪਬਲਿਸ਼ਡ ਨਹੀਂ ਹੋਈ ਸੀ ਸਾਲਾਂ ਦੇ ਲਈ। The lead story said something about President Cleveland। ਅੱਛਾ, ਜਿਹੜੀ ਸਟੋਰੀ ਸੀਗੀ ਉੱਤੇ ਲਿਖਿਆ ਆ ਰਿਹਾ ਸੀ ਸਭ ਤੋਂ ਉੱਪਰ ਟੌਪ ਤੇ, ਉਹ ਸੀਗੀ ਕਲੀਵਲੈਂਡ ਦੇ ਉੱਤੇ। I have found that front page since। ਇਹ ਕਹਿੰਦਾ ਮੈਂ ਸੇਮ ਚੀਜ਼ ਫਰੰਟ ਪੇਜ ਸੈਂਸ ਕਹਿੰਦਾ ਕਿੱਥੇ ਦੇਖਿਆ ਸੀਗਾ? ਇਨ ਦਾ ਪਬਲਿਕ ਲਾਇਬ੍ਰੇਰੀ ਦੇਖਿਆ ਸੀ, ਫਾਈਲਸ ਦੇ ਵਿੱਚ। ਇਟ ਵਾਸ ਪ੍ਰਿੰਟਡ June 11th 1894 ਦੇ ਵਿੱਚ ਪ੍ਰਿੰਟਡ ਹੋਇਆ ਸੀ ਇਹ। I turned toward to the ticket windows। ਮੈਂ ਕਹਿੰਦਾ ਟਿਕਟ ਵਿੰਡੋ ਦੇ ਕੋਲ ਗਿਆ। knowing that here on ਕਹਿੰਦਾ ਮੈਂ ਚੈੱਕ ਕਰਨ ਵਾਸਤੇ ਵੀ ਕਿੱਥੇ ਆ ਗਿਆ, ਮੈਂ ਕਿੱਥੇ ਗਿਆ ਹੈ ਨਾ। on the third level of grand central, ਮੈਂ ਉੱਤੇ ਤਾਂ ਹੈਗਾ ਹੀ ਆ, ਪਰ ਮੈਂ ਕੀ ਹੋ ਰਿਹਾ ਸਾਰਾ ਕੁਝ ਮੈਂ ਦੇਖਿਆ ਨਹੀਂ ਪਹਿਲਾਂ, ਤਾਂ ਪਤਾ ਕਰਨ ਵਾਸਤੇ ਚਲਾ ਗਿਆ। I could buy tickets that would take Louisa me anywhere in the United States। ਅੱਛਾ, ਕਹਿੰਦਾ ਮੈਂ ਕਹਿੰਦਾ ਕਿ ਟਿਕਟ ਲੈਣ ਵਾਸਤੇ ਜਾ ਸਕਦਾ ਸੀ, ਮੈਂ ਗਿਆ ਵੀ ਉੱਥੇ। ਕਹਿੰਦਾ ਮੈਂ ਬਾਈ ਟਿਕਟ ਕੀਤੀਆਂ would take Louisa, ਕਹਿੰਦਾ ਜਿੱਥੇ ਮੈਨੂੰ ਲੈ ਜੇ, ਮੈਨੂੰ ਕਿਤੇ Louisa ਮੇਰੀ ਵਾਈਫ ਕੋਲ, ਜਾਂ ਕਿਤੇ ਵੀ ਯੂਨਾਈਟਡ ਸਟੇਟ ਦੇ ਕੋਲ ਮੈਨੂੰ ਉੱਥੇ ਲੈ ਜੇ। ਵੀ ਵਾਂਟਡ ਟੂ ਗੋ, ਜਿੱਥੇ ਮੈਂ ਜਾਣਾ ਚਾਹੁੰਦਾ ਜਾਂ ਆਪਾਂ ਜਾਣਾ ਚਾਹੁੰਦੇ ਹਾਂ, ਮੈਂ ਉੱਥੇ ਲੈ ਜੇ। ਇਨ ਦਾ ਈਅਰ 1894 I wanted 2 tickets to Glassburg। ਅੱਛਾ, ਉਸ ਸਮੇਂ ਦੇ ਵਿੱਚ I wanted 2 tickets ਕੀ ਗਲੈਸਬਰਗ ਦੇ ਲਈ, ਇਲੀਨੋਇਸ।
ਕੁਝ ਥੇ ਦੇ ਸਿਟੀਜ਼ ਦਾ ਨਾਮ ਹੋਊਗਾ। ਹੈਵ ਯੂ ਐਵਰ ਬੀਨ ਦੇਅਰ, ਤੁਸੀਂ ਕਦੇ ਗਏ ਹੋ ਉੱਥੇ? ਇਟਸ ਵੰਡਰਫੁਲ ਟਾਊਨ। ਅੱਛਾ ਹੁਣ ਉਹਦੇ ਬਾਰੇ ਦੱਸਣ ਲੱਗ ਗਈ, ਜਿਹੜਾ ਕਿ ਗੈਲਸਬਰਗ ਇਲਨਿਸ ਹੈ ਉਹਦੇ ਬਾਰੇ ਗੱਲ ਕਰਨ ਲੱਗ ਗਏ। ਇਟਸ ਵੰਡਰਫੁਲ ਟਾਊਨ ਸਟਿਲ ਵਿਦ ਬਿਗ ਓਲਡ ਫਰੇਮ ਹਾਊਸਿਸ ਵੱਡੇ ਵੱਡੇ ਘਰ ਨੇ, ਹੂਜ ਲਾਉਂਸ ਨੇ, ਘਾਹ ਹੈ, ਟਰਮੈਂਡਸ ਟਰੀਜ਼, ਦਰਖਤ ਲਾਏ ਨੇ, ਵੱਡੇ ਵੱਡੇ ਬ੍ਰਾਂਚਿਸ ਨੇ, ਮੀਟ ਓਵਰਹੈਡ ਰੂਫ ਸਟਰੀਟਸ, ਕਹਿੰਦੇ ਕਿ ਜਿਹੜੀ ਛੱਤਾਂ ਨੇ ਬਹੁਤ ਲੰਮੀਆਂ ਨੇ, ਵੱਡੀਆਂ ਨੇ, ਬਹੁਤ ਕੁਝ ਗੱਲਾਂ ਕਰਨ ਲੱਗ ਗਏ। 1894 ਦੀ ਗੱਲ ਕਰ ਰਹੇ ਹਾਂ, ਜਿੱਥੇ ਕਿ ਸਮਰ ਈਵਨਿੰਗਸ ਵਰ ਟਵਾਈਸ ਐਸ ਲੌਂਗ, ਜਿਹੜੀ ਕਿ ਸਮਰ ਈਵਨਿੰਗਸ ਹੁੰਦੀਆਂ ਨੇ ਬਹੁਤ ਲੰਮੀਆਂ ਹੁੰਦੀਆਂ ਨੇ, ਟਵਾਈਸ ਐਸ ਲੌਂਗ ਜਿੰਨੀ ਲੰਮੀਆਂ ਹੋ ਸਕਦੀਆਂ ਨੇ। ਪੀਪਲ ਸੈਟ ਆਊਟ ਔਨ ਦਰ ਲਾਈਫ, ਪੀਪਲ ਜਿਹੜੇ ਲੋਕ ਨੇ ਬਾਹਰ ਲੌਂਸ ਦੇ ਵਿੱਚ ਬੈਠੇ ਨੇ, ਅਖਬਾਰ ਪੜ੍ਹੀ ਜਾਂਦੇ ਨੇ। ਮੈਨ ਸਮੋਕਿੰਗ, ਸਿਗਾਰ ਕਰ ਰਹੇ ਨੇ। ਟਾਕਿੰਗ ਕੁਆਇਟਲੀ, ਸ਼ਾਂਤੀ ਨਾਲ ਗੱਲਾਂ ਕਰੀ ਜਾਂਦੇ ਨੇ। ਮੂਵਮੈਂਟ ਕੀ ਹੈ ਜਿਹੜੀ ਕਿ ਵੇਵਿੰਗ ਪਾਮ ਲੀਵਸ ਫੈਨਸ ਵਿਦ ਦਾ ਫਾਇਰ ਫਲਾਈਜ਼ ਆਲ ਅਰਾਊਂਡ, ਜਿਹੜੇ ਕਿ ਪਾਮ ਲੀਵਸ ਹੁੰਦੇ ਨੇ ਪੱਤਿਆਂ ਦੇ ਨਾਲ, ਉਹਨਾਂ ਨਾਲ ਹਵਾ ਚੱਲੀ ਜਾ ਰਹੀ ਹੈ ਬੁੜੀਆਂ ਵੱਲੋਂ, ਤੇ ਵਿਦ ਦਾ ਫਾਇਰ ਫਲਾਈਜ਼ ਆਲ ਅਰਾਊਂਡ, ਤੇ ਭੂੰਡਾ ਇੱਧਰ ਉੱਧਰ ਉੱਡੇ ਫਿਰਦੇ ਨੇ ਭੂੰਡ ਤਾਂ। ਇਨ ਪੀਸਫੁਲ ਵਰਲਡ, ਉਹ ਸੀਗਾ ਕਿ ਪੀਸਫੁਲ ਵਰਲਡ ਸੀਗਾ। ਟੂ ਬੀ ਬੈਕ ਦੇਅਰ ਵਿਦ ਦਾ ਫਸਟ ਵਰਲਡ ਵਾਰ ਸਟਿਲ 20 years off, ਹਜੇ ਤਾਂ 20 ਸਾਲ ਪਏ ਸੀਗੇ। ਵਰਲਡ ਵਾਰ 2 ਓਵਰ 40 years ਪਈ ਸੀ ਉਹਦੇ ਵਾਸਤੇ। ਤਾਂ ਸਮਝੋ ਤੁਸੀਂ ਕਿ 1894 ਦੀ ਗੱਲ ਕਰੀ ਜਾਂਦੇ ਹੋ, ਤੇ ਜਿਹੜੀ ਵਰਲਡ ਵਾਰ 1 ਹੋਈ ਆ ਉਹ 1919-1920 ਦੇ ਵਿੱਚ ਹੋਈ ਸ਼ੁਰੂ। ਵਰਲਡ ਵਾਰ 2 ਦਾ ਇਹ ਟਾਈਮ ਪਿਆ ਸੀ, 40 ਸਾਲ ਹੋਰ ਪਏ ਨੇ। ਤਾਂ ਕਹਿੰਦੇ ਇੰਨਾ ਟਾਈਮ ਪਿਆ ਸੀਗਾ, ਤੇ 40 years ਇਨ ਦਾ ਫਿਊਚਰ ਦੇ ਵਿੱਚ ਗੱਲ ਕਰ ਰਹੇ ਹਾਂ ਵੀ ਇੰਨਾ ਟਾਈਮ ਪਿਆ ਸੀ। ਆਈ ਵਾਂਟਡ 2 tickets ਫॉर दैट, ਤੇ ਮੈਨੂੰ 2 ਟਿਕਟਾਂ ਚਾਹੀਦੀਆਂ ਸੀ। ਵਾਪਸ ਆ ਕੇ ਜੀ ਦਾ ਲੈਵਲ 35 ਦਾ ਕਲਰਕ ਫਿਗਰਡ ਦੈਟ ਫੇਅਰ, ਉਹਨੇ ਕੀ ਆਪਦੀ ਜਿਹੜੇ ਫੇਅਰ ਸੀਗਾ ਉਹਨੇ ਚੈੱਕ ਕੀਤਾ ਵੀ ਠੀਕ ਆ ਇੰਨਾ ਹੈਗਾ ਫੇਰ ਆਉਣ ਜਾਣ ਵਾਸਤੇ ਜਿਹੜਾ ਰਾਹ ਹੈਗਾ ਨਾ। ਔਰ ਹੀ ਗਲੈਂਸਡ ਐਟ ਮਾਈ ਫੈਂਸੀ ਹੈਡਬੈਂਡ, ਅੱਛਾ ਉਹਨੇ ਕੀ ਦੇਖਿਆ ਮੇਰੇ ਜਿਹੜੀ ਟੋਪੀ ਲਈ ਹੋਈ ਸੀਗੀ, ਉਹਨੇ ਹੈਡਬੈਂਡ ਵੱਲ ਚੈੱਕ ਕੀਤਾ। ਬਟ ਹੀ ਫਿਗਰਡ ਦਾ ਫੇਅਰ, ਉਹਨੇ ਫਿਗਰ 'ਚ ਕੀਤਾ ਵੀ ਚੈੱਕ ਕੀਤਾ ਵੀ ਕੀ ਕੁਛ ਜਾਣਾ ਆਉਂਦਾ ਹੈਗਾ। ਆਈ ਹੈਡ ਇਨਫ ਫॉर 2 ਕੋਚ ਟਿਕਟਸ, ਮੇਰੇ ਕੋਲ ਇੰਨੇ ਕੁ ਪੈਸੇ ਸੀਗੇ ਕਿ ਮੈਂ 2 ਕੋਚ ਟਿਕਟ ਵਾਸਤੇ ਲੈ ਸਕਾਂ 1 ਵੇ ਵਾਸਤੇ। ਬਟ when I counted out the money and looked up, the clerk was staring at me, ਜਦੋਂ ਮੈਂ ਪੈਸੇ ਕੱਢੇ ਤਾਂ ਕਲਰਕ ਕੀ ਹੈ ਮੇਰੇ ਵੱਲ ਅੱਖਾਂ ਟੱਡ ਕੇ ਦੇਖ ਰਿਹਾ ਸੀਗਾ। he nodded at the bills, ਉਹਨੇ ਮੈਂ ਕੀ ਹੈ ਨੋਡਡ ਕੀਤਾ। ਨੋਡਡ ਦਾ ਮੀਨਿੰਗ ਕੀ ਆ? ਜਿਹਦਾ ਸਿਰ ਹਿਲਾਉਣਾ। ਜਿਵੇਂ ਦੱਸਿਆ ਵੀ ਇੱਕ ਸ਼ੇਕ ਹੈਡ ਯੂਰ ਹੈਡ ਨੋ, ਉਹ ਨੋ ਕਰਦੇ ਹਾਂ ਆਪਾਂ, ਜੇ ਹੈਡ ਨੋਡ ਕਰਨਾ ਹੋਵੇ ਮਤਲਬ ਯੈਸ ਦਾ ਵੀ ਆਪਾਂ ਹਰ ਸਿਰ ਹਿਲਾਉਂਦੇ ਹੋਣੇ ਵੈਸੇ। ਤਾਂ ਉਹਨੇ ਹੀ ਨੋਡਡ ਐਟ ਦਾ ਬਿਲਸ ਦੇਖ ਕੇ ਉਹਨੇ ਸਿਰ ਹਿਲਾਇਆ। ਦੈਟ ਐਂਟ ਮਨੀ, ਕਹਿੰਦਾ ਇਹ ਮਨੀ ਨਹੀਂ ਹੈਗੀ ਮਿਸਟਰ। ਅੱਛਾ ਕਿਉਂਕਿ ਹੁਣ ਉਹ 1894 ਦੇ ਸਮੇਂ ਦੇ ਵਿੱਚ ਪਹੁੰਚ ਚੁੱਕਿਆ ਸੀਗਾ, ਜਿਹੜਾ ਉਹ ਲੈਵਲ 3rd ਸੀਗਾ, ਤੇ ਉਹਨੇ ਪੈਸੇ ਕੱਢੇ ਸੀ ਮਾਡਰਨ ਸਮੇਂ ਦੇ। ਉਹ ਕਹਿੰਦਾ ਮਿਸਟਰ ਇਹ ਵਾਲੇ ਪੈਸੇ ਨਹੀਂ ਚਾਹੀਦੇ ਸਾਨੂੰ, ਕਹਿੰਦੇ ਬਿੱਲ ਬੁੱਲ ਜਿਹੇ ਨਹੀਂ ਚਾਹੀਦੇ ਸਾਨੂੰ, ਪੈਸੇ ਦੇ। ਇਫ ਯੂ ਆਰ ਟਰਾਈਂਗ ਟੂ ਮਿਸਕਿਨ ਮੀ, ਅੱਛਾ ਕਹਿੰਦਾ ਤੁਸੀਂ ਮੈਨੂੰ ਕਮਲਾ ਬਣਾਉਣ ਨੂੰ ਫਿਰਦੇ ਹੋ ਵੀ, ਜਾਂ ਮੈਨੂੰ ਕੀ ਮੂਰਖ ਸਮਝਿਆ ਸਕਿਨ ਵੀ ਜਾਣ ਕੇ ਜੋ ਬੇਇੱਜ਼ਤੀ ਕਰਨੀ ਹੋ ਸਕਿਨ ਕਹਿੰਦੇ ਆ ਵੀ, ਜਿਹਦੀ ਕੀ ਸਕਿਨ ਜ਼ਿਆਦਾ ਹੋਵੇ ਜਾਂ ਕੀ ਜਿਹਨੇ ਦਾੜੀ ਕੱਟੀ ਹੋਵੇ ਜਾਂ ਪਤਲਾ ਜਿਹਾ ਹੋਵੇ ਸਕਿਨ ਹੀ ਕਹਿੰਦੇ ਉਹਨੂੰ। ਮੀ ਯੂ ਵੋਂਟ ਗੈਟ ਵੈਰੀ ਫਾਰ, ਕਹਿੰਦੇ ਕੀ ਫਿਰ ਮੈਨੂੰ ਕਮਲਾ ਨਾ ਸਮਝੀ, ਕਹਿੰਦਾ ਮੈਂ ਸਾਰਾ ਸਮਝਦਾ ਗੱਲਾਂ। ਹੀ ਗਲੈਂਸਡ ਐਟ ਦਾ ਕੈਸ਼ ਡਰਾਅਰ ਬਿਸਾਈਡ ਹਿਮ, ਅੱਛਾ ਉਹਨੇ ਚੈੱਕ ਕੀਤਾ ਵੀ ਕੀ ਹੈ ਵੀ ਪੈਸੇ ਤਾਂ ਯਾਰ ਪਏ ਆ, ਝਲਕ ਜੀ ਦੇਖੀ ਉਹਨੇ, ਕਹਿੰਦਾ ਯਾਰ ਆਹ ਕਿਹੜੇ ਵੇਚਦੇ ਨੇ। ਅਫਕੋਰਸ ਦਾ ਮਨੀ ਵਾਸ ਓਲਡ ਸਟਾਈਲ ਬਿਲਸ, ਜਿਹੜੇ ਪੈਸੇ ਸੀਗੇ ਸਾਰੇ ਉਹ ਪੁਰਾਣੇ ਤਰੀਕੇ ਦੇ ਸੀ। ਹਾਫ ਅਗੇਨ ਐਸ ਬਿਗ ਐਸ ਦਾ ਮਨੀ, ਜਿਹੜੀ ਅੱਜ ਕੱਲ੍ਹ ਪੈਸੇ ਨੇ ਉਹਨਾਂ ਤੋਂ ਕਾਫੀ ਵੱਡੇ ਪੈਸੇ ਸੀਗੇ ਜਿਹੜੇ ਆਪਾਂ ਯੂਜ਼ ਕਰਦੇ ਹਾਂ ਅੱਜ ਕੱਲ੍ਹ। ਡਿਫਰੈਂਟ ਲੁਕਿੰਗ, ਅਲੱਗ ਤਰੀਕੇ ਦਾ ਸੀਗਾ, ਸਾਰੇ ਲੋਕ ਝਾਕ ਰਹੇ ਉਹਨੇ ਵੱਲ। ਆਈ ਟਰਨਡ ਅਵੇ, ਮੈਂ ਥੋੜਾ ਦੂਰ ਹੋਇਆ। ਗੋਟ ਆਊਟ ਫਾਸਟ, ਮੈਂ ਭੱਜਿਆ ਉੱਥੋਂ। ਦੇਰ ਇਜ਼ ਨਥਿੰਗ ਨਾਈਸ ਅਬਾਊਟ ਜੇਲ, ਕਹਿੰਦਾ ਮਿੱਠੀ ਜੇਲ੍ਹ ਜਿਹੜੀ ਜੇਲ੍ਹ ਹੁੰਦੀ ਹੈ ਨਥਿੰਗ ਨਾਈਸ, ਉੱਥੇ ਕਹਿੰਦਾ ਕੀ ਹੈ ਜੇਲ੍ਹ ਵਾਂਗੂ ਹੀ ਲੱਗ ਰਿਹਾ ਸੀ। ਨਥਿੰਗ ਨਾਈਸ ਅਬਾਊਟ ਜੇਲ੍ਹ, ਵੀ ਜੇਲ੍ਹ ਵਾਂਗੂ ਚੰਗਾ ਨਹੀਂ ਲੱਗ ਰਿਹਾ ਸੀ ਮੈਨੂੰ। ਈਵਨ ਇਨ 1894, ਇਹ ਉਦੋਂ ਦੀ ਗੱਲ ਕਰ ਰਿਹਾ ਵੀ ਉਸ ਉੱਥੋਂ ਦੇ ਐਂਟ ਲੱਗੀ ਜਾਂਦਾ ਸੀ ਮੈਨੂੰ। ਐਂਡ ਦੈਟ ਵਾਸ ਦੈਟ, ਉਹਦਾ ਪਤਾ ਹੀ ਆਪਾਂ ਨੂੰ ਕੀ ਹੋਇਆ ਸੀ ਉੱਥੇ। ਆਈ ਲੈਫਟ ਦਾ ਸੇਮ ਵੇ, ਜਿੱਥੋਂ ਮੈਂ ਆਇਆ ਉੱਥੋਂ ਭੱਜ ਕੇ ਨਿਕਲਣ ਲੱਗ ਗਿਆ। ਆਈ ਸਪੋਸਡ ਵੀ ਜਿਵੇਂ ਮੈਂ ਕਿਹਾ ਸੋਚਿਆ ਵੀ ਜਿਵੇਂ ਆਇਆ ਉਵੇਂ ਨਿਕਲ ਚੱਲਦੇ ਆਪਾਂ। ਨੈਕਸਟ ਡੇ ਡਿਊਰਿੰਗ ਲੰਚ ਆਵਰ, ਜਦੋਂ ਕਹਿੰਦੇ ਲੰਚ ਦਾ ਸਮਾਂ ਸੀਗਾ, ਇਟ ਡਿਊ $300 ਆਊਟ ਆਫ ਦਾ ਬੈਂਕ ਦੇ ਵਿੱਚੋਂ ਕਹਿੰਦਾ ਪੈਸੇ ਕੱਢੇ ਕਿੰਨੇ $300। ਨੀਅਰਲੀ ਆਲ ਵੀ ਹੈਡ, ਸਾਰਿਆਂ ਨੂੰ ਪਤਾ ਜਿੰਨੇ ਕੁ ਆਪਣੇ ਕੋਲ ਹੈਗੇ ਸੀ, ਮੇਰੇ ਜਿੰਨੇ ਕੁ ਉਹਦੇ ਕੋਲ ਸੀਗੇ ਉਹਨੇ ਕੱਢ ਲਏ। ਬॉट ओल्ड स्टाइल ਕਰੰਸੀ, ਉਹਨੇ ਕੀ ਕੀਤਾ ओल्ड स्टाइल ਕਰੰਸੀ ਦੈਟ ਰੀਅਲੀ ਵਰੀਡ ਅਬਾਊਟ ਸੈਕਿੰਡ, ਜਿਹੜਾ ਕਮਲਾ ਫਰੈਂਡਸ ਉਹਦੇ ਵਾਸਤੇ ਉਹਨੇ ਕੀ ਹੈ ਪੈਸੇ ਜਿਹੜੀ ਕਰੰਸੀ ਪੁਰਾਣੀ ਸੀ ਉਹ ਖਰੀਦੀ ਉਹਨੇ। ਯੂ ਕੈਨ ਬਾਈ ओल्ड ਮਨੀ ਆਲਮੋਸਟ ਐਨੀ ਕੁਆਇਨ ਡੀਲਰ, ਜਿੱਥੇ ਪੈਸੇ ਲੈਣੇ ਹੁਣ ਕੁਆਇਨ ਡੀਲਰ ਵਾਲੇ ਕੋਲ ਜਾ ਕੇ ਪੈਸੇ ਲੈ ਸਕਦੇ ਹੋ। ਬਟ ਯੂ ਹੈਵ ਟੂ ਪੇ ਪ੍ਰੀਮੀਅਮ, ਤੁਹਾਨੂੰ ਜ਼ਿਆਦਾ ਪੈਸੇ ਦੇਣੇ ਪੈਣਗੇ ਕਿਉਂਕਿ ਜਿਹੜੀ ਪੁਰਾਣੀ ਕਰੰਸੀ ਹੈ ਉਹ ਪ੍ਰੀਮੀਅਮ ਹੋ ਜਾਂਦੀ। ਜਿਵੇਂ ਆਪਾਂ ਨੂੰ ਸੁਣਿਆ ਵੀ ਹੋਊਗਾ ਪੁਰਾਣੇ ਸਿੱਕੇ ਜ਼ਿਆਦਾ ਰੇਟ ਤੇ ਵਿਕਦੇ ਨੇ, 1-1-5 ਵਾਲੇ ਜ਼ਿਆਦਾ ਰੇਟ ਤੇ ਲੱਖਾਂ ਦੇ ਵਿੱਚ ਵਿਕਦੇ ਨੇ, ਤਾਂ ਪ੍ਰੀਮੀਅਮ ਪੈਸੇ ਜ਼ਿਆਦਾ ਦੇਣੇ ਪੈਣਗੇ। ਮਾਈ $300 ਬॉट ਲੈਸ ਦੈਨ 200 ਇਨ ओल्ड स्टाइल ਬਿਲਸ, ਉਹਨੇ 200 ओल्ड स्टाइल ਬਿਲਸ ਲੈ ਲਏ।
बट आई डिडंट केयर एग्स वर 13 सेंट्स अ डजन इन 1894 उन्होंने दस्सिया कहते कि अंडे किन्ने कि 13 सेंट्स ਦੇ ਵਿੱਚ ਮਿਲ ਜਾਂਦੇ ਸੀਗੇ बट आई हैव नेवर अगेन फाउंड द कॉरीडोर दैट लीड्स द थर्ड लैवल एट द गैस स्टेशन पर ਉਹਨੂੰ ਦੁਬਾਰਾ ਉਹ ਕੀ ਹੈ ਕਦੇ ਵੀ ਨਹੀਂ ਦਿਖਿਆ थर्ड लैवल ਜਿਹੜਾ ਕਿ ਗ੍ਰੈਂਡ ਸੈਂਟਰਲ ਸਟੇਸ਼ਨ ਦੇ ਵਿੱਚ ਜਿਹੜਾ ਸੀਗੇ ਦਾ ਜੇ ਜਾ ਕੇ ਆਇਆ ਸੀਗਾ ਉਹਨੂੰ ਦੁਬਾਰਾ ਨਹੀਂ ਦਿਖ ਰਿਹਾ ਸੀਗਾ ਆਲਸੋ ਆਈ ਹੈਵ ਟਰਾਈਡ ਇਨ ਆਫਨ ਨਫ ਉਹਨੇ ਕਾਫੀ ਵਾਰੀ ਜਾਇਆ ਉੱਤੇ ਲੱਭਦਾ ਸੀਗਾ ਕਿੱਧਰਲੇ ਪਾਸੇ ਜਾਵਾਂ ਵੀ ਮਿਲ ਜੇ ਮੈਨੂੰ ਉਹਦੀ ਘਰ ਵਾਲੀ ਜਿਹੜੀ ਸੀਗੀ ਉਹ ਬਸ ਪ੍ਰੀਟੀ ਵਰੀਡ ਕਹਿੰਦਾ ਜ਼ਿਆਦਾ ਟੈਨਸ਼ਨ ਦੇ ਵਿੱਚ ਸੀਗੀ ਕਹਿੰਦਾ ਉਹਨੂੰ ਸਾਰੀ ਗੱਲ ਦੱਸੀ ਤਾਂ ਸੀਗੀ ਪਰ ਉਹਨੂੰ ਐ ਸੀ ਵੀ ਕਿੱਥੇ ਲੱਭਦਾ ਫਿਰਦਾ ਇਹੋ ਜਿਹਾ ਕੁਛ ਤਾਂ ਹੈ ਹੀ ਨਹੀਂਗਾ ਵਾਂਟ ਲੁੱਕ ਫॉर द थर्ड लेवल एनी मोर ਤੇ ਉਹ ਕਹਿੰਦਾ ਨਾ ਚੰਗੇ ਇਹੋ ਜਿਹੇ ਕੁਛ ਚੱਕਰਾਂ 'ਚ ਨਾ ਪਵੇ ਆਫਟਰ ਵਾਈਲ ਸਟਾਪ ਕਹਿੰਦਾ ਫਿਰ ਮੈਂ ਰੁਕ ਗਿਆ ਕਾਫੀ ਸਮੇਂ ਬਾਅਦ ਵੀ ਲੱਭਦਾ ਰਿਹਾ ਨਹੀਂ ਆਈ ਵੈਂਟ ਬੈਕ ਟੂ ਦ ਸਟੈਂਪਸ ਫਿਰ ਮੈਂ ਕੀ ਆਪਦੇ ਸਟੈਂਪਸ ਵੱਲ ਜ਼ਿਆਦਾ ਹੋ ਗਿਆ मैं स्टैंपा वाला गया जदों बट नाउ वी आर बोथ लुकिंग एवरी वीकेंड बिकॉज नाउ वी हैव प्रूव दैट द थर्ड स्टिल इज देयर अच्छा एक किनू गल पता सी कि कमले दोस्त नूं पता सीगा ਤੇ ਉਹੀ ਸੇਮ ਇੱਕ ਇਹਨੂੰ ਪਤਾ ਲੱਗ ਗਿਆ ਕਹਿੰਦਾ ਯਾਰ ਜਿਹੜੀ ਸਟੈਂਪਾਂ ਦੇ ਵਿੱਚ ਗੱਲ ਹੁੰਦੀ ਸੀਗੀ ਉਹ ਸੇਮ ਚੀਜ਼ ਮੈਨੂੰ ਦਿਖ ਗਈ ਤੇ ਕਹਿੰਦਾ ਹੁਣ ਕਿਹਨੂੰ ਪਤਾ ਸਟੈਂਪਾਂ ਵੱਲ ਤਾਂ ਹੀ ਭੱਜਿਆ ਏ ਕਹਿੰਦਾ ਸਟੈਂਪਾਂ ਦੇ ਵਿੱਚ ਗੱਲ still is there my friend Sam when disappeared ਜਿਹੜਾ ਮੇਰਾ ਫਰੈਂਡ ਜਿਹੜਾ ਕਿ disappeared ਹੋ ਚੁੱਕਿਆ ਸੀਗਾ ਸਟੈਂਪਾਂ ਦੇ ਵਿੱਚ ਰਾਹੀਂ ਉਹਨੂੰ ਪਤਾ ਲੱਗਿਆ ਵੀ ਕੀ ਹੈ ਜਿਹੜੀ ਥਾਂ ਉਹ ਕਹਿੰਦਾ ਸੀਗਾ ਉਹ ਥਾਂ ਹੈਗੀ ਹੈ nobody knew where ਕਿੱਥੇ ਹੈ ਇਹ ਨਹੀਂ ਪਤਾ ਬਟ ਆਈ ਸੌਟ ਆਫ ਸਸਪੈਕਟਡ ਬਿਕੋਜ਼ ਸੈਮ ਸੇ ਸਿਟੀ ਬॉय ਸੈਮ ਤਾਂ ਸ਼ਹਿਰ ਵਿੱਚ ਰਹਿਣ ਵਾਲਾ ਬੰਦਾ ਸੀਗਾ ਤੇ ਆਈ ਯੂਜ਼ ਟੂ ਟੈਲ ਅਬਾਊਟ ਹਿਮ ਗਰਲਸਬਰਗ ਤੇ ਕਹਿੰਦਾ ਕੀ ਆ ਉਹਨੂੰ ਮੈਂ ਦੱਸਦਾ ਹੁੰਦਾ ਸੀਗਾ ਅਬਾਊਟ ਗਰਲਸਬਰਗ ਜਿੱਥੇ ਕਿ ਉਹਨੂੰ ਦੱਸੇ ਗੱਲ ਦੱਸਦਾ ਵੀ ਗਰਲਸਬਰਗ ਜਿੱਥੇ ਲੋਕ ਵੱਡੇ ਵੱਡੇ ਘਰਾਂ ਵਿੱਚ ਰਹਿੰਦੇ ਨੇ ਆਈ ਵੈਂਟ ਟੂ ਸਕੂਲ ਦੇਰ ਮੈਂ ਉੱਥੇ ਸਕੂਲ ਵੀ ਗਿਆ ਹੀ ਆਲਵੇਜ਼ ਸੈਡ ਹੀ ਲਾਈਕਡ ਦਾ ਸਾਊਂਡ ਆਫ ਦਾ ਪਲੇਸ ਕਹਿੰਦਾ ਉਹਨੂੰ ਉਹ ਹਮੇਸ਼ਾ ਦੱਸਦਾ ਸੀ ਸੈਮ ਕਿ ਮੈਨੂੰ ਉਸ ਤਰੀਕੇ ਦੀ ਜਗ੍ਹਾ ਬਹੁਤ ਪਸੰਦ ਹੈ ਦੈਟਸ ਵੇਅਰ ਹੀ ਇਜ਼ ਹੁਣ ਕਿੱਥੇ ਹੈ ਉਹ ਉੱਥੇ ਹੀ ਹੈ ਸ਼ਾਇਦ ਆਲ ਰਾਈਟ ਕਹਿੰਦਾ ਸ਼ਾਇਦ ਉਹ ਉੱਥੇ ਹੀ ਚਲਾ ਗਿਆ ਹੁਣ ਉਹਨੂੰ ਪਸੰਦ ਸੀ ਤਾਂ ਚਲਾ ਗਿਆ ਇਨ 1894 ਬਿਕੋਜ਼ ਵਨ ਨਾਈਟ ਫਿਊਜ਼ਿੰਗ ਵਿਦ ਮਾਈ ਸਟੈਂਪ ਕਲੈਕਸ਼ਨ ਫਿਊਜ਼ਿੰਗ ਦਾ ਮੀਨਿੰਗ ਚੈੱਕ ਕਰੋ ਇਹ ਸ਼ੋ ਅਨਨੈਸੈਸਰੀ ਔਰ ਐਕਸੈਸਿਵ ਕੰਸਰਨ ਅਬਾਊਟ ਸਮਥਿੰਗ ਜਿਹੜਾ ਕੀ ਹੈ ਅਨਨੈਸੈਸਰੀ ਆਪਾਂ ਸ਼ੋ ਕਰੀ ਜਾਣਾ ਕੁਛ ਇੱਕ ਵਾਰੀ ਕਹਿੰਦੇ ਕਿ ਅਨਨੈਸੈਸਰੀ ਵਿਦ ਸਟੈਂਪ ਕਲੈਕਸ਼ਨ ਜਿਹੜੀ ਅਨਨੈਸੈਸਰੀ ਫਾਲਤੂ ਪਈ ਸੀ ਆਈ ਫਾਊਂਡ ਵੈਲ ਡੂ ਯੂ ਨੋ ਵਾਟ ਇਜ਼ ਦ ਫਸਟ ਡੇ ਆਫ ਕਵਰ ਇਜ਼ ਪਹਿਲੇ ਦਿਨ ਦਾ ਕਵਰ ਕੀ ਸੀਗਾ ਵੈਨ ਏ ਨਿਊ ਸਟੈਂਪ ਇਜ਼ ਇਸ਼ੂਡ ਜੋ ਸਭ ਤੋਂ ਪਹਿਲਾਂ ਨਵੀਂ ਸਟੈਂਪ ਇਸ਼ੂ ਹੋਈ ਸੀਗੀ ਸਟੈਂਪ ਕਲੈਕਟਰ ਬਾਈ ਸਮ ਵੁੱਡ ਸਿਕਰੇ ਕੀ ਹੋਏ ਗੱਲ ਸਟੈਂਪ ਜਿਹੜਾ ਕਲੈਕਟਰ ਸੀਗਾ ਜਿਹੜਾ ਇਕੱਠੀਆਂ ਕਰਦਾ ਸੀਗਾ ਉਹਨੇ ਬਾਈ ਕੀਤੇ ਸਮ ਕੁਝ ਇਕੱਠੀਆਂ ਕੀਤੀਆਂ ਵੁੱਡ ਚਾਰਲੀ ਐਵਰ ਗੋ ਬੈਕ ਟੂ ਦ ਟਿਕਟ ਕਾਊਂਟਰ ਔਨ ਦ ਥਰਡ ਲੈਵਲ ਬਾਈ ਟਿਕਟ ਟੂ ਗੈਸਬਰਗ ਵਾਈਫ ਆਪਦੀ ਵਾਸਤੇ ਤੇ ਘਰ ਵਾਲੀ ਵਾਸਤੇ ਟਿਕਟ ਲੈਣ ਵਾਸਤੇ ਜਾਵੇ ਚਾਰਲੀ ਐਵਰ ਜੇ ਕਦੇ ਗਿਆ ਤਾਂ ਉਹਨੇ ਕੀ ਇਸ਼ੂ ਜਿਹੜੀਆਂ ਕੀਤੀਆਂ ਸੀ ਕਰੈਕਟ ਕਰਦਾ ਸੀਗਾ ਸਾਰੀਆਂ ਇਕੱਠੀਆਂ ਕਰ ਲਿਆ ਉਹਨੇ ਜਿਹੜੀਆਂ ਪਹਿਲਾਂ ਦੀਆਂ ਫਾਲਤੂ ਪਈਆਂ ਸੀ ਉਹ ਵੀ ਇਕੱਠੀਆਂ ਕਰਨ ਲੱਗ ਗਿਆ ਉਹ ਨੈਕਸਟ ਕੀ ਹੈ ਕਹਿੰਦੇ ਯੂਜ਼ ਸਟੈਂਪ ਟੂ ਮੇਲ ਐਨਵਲਪਸ ਅੱਛਾ ਉਹ ਜਿਹੜੀਆਂ ਸਟੈਂਪ ਸੀਗੀਆਂ ਉਹ ਯੂਜ਼ ਕਰਨ ਲੱਗ ਗਿਆ ਮੇਲ ਐਨਵਲਪਸ ਤੇ ਟੂ ਦੈਮਸੈਲਵਸ ਉਹਨਾਂ ਵਾਸਤੇ ਔਨ ਦਾ ਵੈਰੀ ਫਸਟ ਡੇ ਪਹਿਲੇ ਦਿਨ ਤੋਂ ਆਫ ਦਾ ਸੇਲ ਵਾਸਤੇ ਕਿ ਆਪਾਂ ਵੇਚ ਦਿੰਦੇ ਹਾਂ ਦ ਪੋਸਟਮਾਰਕ ਪ੍ਰੂਵਸ ਦਾ ਡੇਟ ਜਿਹੜਾ ਪੋਸਟਮਾਰਕ ਸੀਗਾ ਉਹਨੇ ਦੱਸਤੀ ਡੇਟ ਕਿਹੜੀ ਸੀ ਸਾਰੀ ਕਲੀਅਰ ਹੋਣ ਲੱਗ ਗਈ ਦ ਐਨਵਲਪ ਇਜ਼ ਕਾਲਡ ਏ ਫਸਟ ਡੇ ਕਵਰ ਜਿਹੜਾ ਐਨਵਲਪ ਸੀਗਾ ਫਸਟ ਡੇ ਕਵਰ ਸੀ ਉਹਦੇ ਕੋਲ ਦੇ ਆਰ ਨੈਵਰ ਓਪਨਡ ਉਹਨੇ ਕਦੇ ਵੀ ਖੋਲਿਆ ਨਹੀਂ ਸੀ ਯੂ ਜਸਟ ਪੁੱਟ ਬਲੈਂਕ ਪੇਪਰ ਇਨ ਦਾ ਐਨਵਲਪ ਉਹਨੇ ਕੀ ਕੀਤਾ ਸੀ ਕਹਿੰਦਾ ਤੁਸੀਂ ਜਸਟ ਐਨਵਲਪ ਜਿਹੜਾ ਸੀ ਖਾਲੀ ਪਾਤਾ ਸੀ ਪੇਪਰ ਉਹਦੇ ਵਿੱਚ ਤੁਸੀਂ ਦੈਟ ਨਾਈਟ ਅਮੰਗ ਮਾਈ ਓਲਡੈਸਟ ਫਸਟ ਡੇ ਕਵਰਸ ਸਭ ਤੋਂ ਪੁਰਾਣਾ ਫਸਟ ਡੇ ਕਵਰ ਆਈ ਫਾਊਂਡ ਵਨ ਦੈਟ shouldn't have been there ਜਿਹੜਾ ਕਿ ਹੁਣ ਨਹੀਂ ਹੈਗਾ ਉੱਤੇ but there it was ਉੱਥੇ ਹੀ ਸੀ ਉਹ it was there because someone had mailed it me my grandfather at his home in Galsburg ਇਹ ਕਿਸੇ ਨੇ ਮੇਲ ਕੀਤਾ ਸੀਗਾ ਮੇਰੇ ਗ੍ਰੈਂਡਫਾਦਰ ਨੂੰ ਉਹਨਾਂ ਦੇ ਗੈਲਸਬਰਗ ਦੇ ਹਾਊਸ ਦੇ ਵਿੱਚ that's what the address on the envelope ਦੇ ਉੱਤੇ ਜੋ ਹੈਗਾ ਲਿਖਿਆ ਉਹ ਸਾਰਾ ਪਤਾ ਹੀ ਹੈ and it had been there since July ਇਹ 1894 ਉਦੋਂ ਦੀ ਗੱਲ ਹੈ ਸਾਰੀ ਤਾਂ ਪੋਸਟਮਾਰਕ ਸ਼ੋਡ ਦੈਟ ਯੈਟ ਆਈ ਡਿਡਨਟ ਰਿਮੈਂਬਰ ਇਟ ਐਟ ਆਲ ਪਰ ਪੋਸਟਮਾਰਕ ਜਿਹੜਾ ਦੇਖਿਆ ਉਹਨੂੰ ਹਜੇ ਤੱਕ ਰਿਮੈਂਬਰ ਨਹੀਂ ਹੋ ਰਿਹਾ ਸੀ ਤਾਂ ਸਟੈਂਪ ਵਾਜ਼ ਏ 6 ਸੈਂਟ ਦੀ ਸੀ ਡਲ ਰਾਉਂਡ ਸੀਗੀ ਬਰਾਊਨ ਜੀ ਸੀਗੀ ਵਿਦ ਏ ਪਿਕਚਰ ਆਫ ਪ੍ਰੈਜ਼ੀਡੈਂਟ ਗੈਰਫੀਲਡ naturally when the envelope came to the granddad in the mail it went right into his collection ਜਦੋਂ granddad ਕੋਲ ਆਈ ਤਾਂ ਉਹਨੇ ਕੀ collection ਦੇ ਵਿੱਚ ਰੱਖ ਲਈ ਸੀ ਤੇ ਉੱਥੇ ਹੀ ਪਈ ਰਹਿ ਗਈ stayed there till I took it out and opened it ਜਦੋਂ ਤੱਕ ਮੈਂ ਚੱਕੀ ਨਹੀਂ ਉਹ ਖੋਲੀ ਨਹੀਂ ਤਾਂ paper inside was not blank ਪਰ ਉਹ ਖਾਲੀ ਨਹੀਂ ਸੀਗਾ ਜਿਹੜਾ ਕਿ ਖਾਲੀ ਕਹਿ ਰਹੇ ਸੀ ਉਹ ਖਾਲੀ ਨਹੀਂ ਸੀਗਾ
वो की लिखा सी पढ़ लें आप। वो एड्रैस लिखा सी 941 विलर्ड स्ट्रीट गैल्सबर्ग इलिनॉइस जुलाई 18 चार्ले। आई गॉट टू विशिंग दैट यू वर राइट, तू सच्चा है। देन आई गॉट टू बिलीविंग यू वर राइट चार्ली, इट्स ट्रू। आई फाउंड द थर्ड लेवल, आई हैव बीन देयर 2 weeks and right now down the street at the deli someone is playing a piano and they are all out on the front porch singing Nelly home and I am invited over the lemon day. Come on back Charlie Loiza, keep looking till you find the third level, it's worth it, believe me। अच्छा वो जी गल कर रहे सी है ही नहीं सीगा, पर उन्होंने लग्या भी मैं दोबारा लभ नहीं रहा, पर वो हैगी सीगी। ਇਹਦਾ ਦੋਸਤ ਵੀ ਜਿਹੜਾ ਸੀਗਾ ਚਾਰਲੀ ਨੇ ਦੱਸਿਆ ਵੀ ਇਹ ਕਹਿੰਦੇ ਕੀ ਆ ਜੋ ਜਿਹੜੇ ਦਾਦਾ ਜੀ ਦੇ ਸਮੇਂ ਦੇ ਵਿੱਚ ਇੱਕ ਬਲੈਂਕ ਪੇਪਰ ਪਾ ਕੇ ਰੱਖਿਆ ਗਿਆ ਸੀਗਾ, ਉਹ ਬਲੈਂਕ ਉਸ ਸਮੇਂ ਸੀਗਾ, ਪਰ ਬਾਅਦ ਚ ਕੀ ਆ ਉਹੀ ਚਿੱਠੀ ਲਿਖੀ ਗਈ ਜਿਹੜੀ ਕਿ ਭੇਜੀ ਗਈ ਸੀ ਇਹਨੂੰ ਕਿ ਆ ਜਾ, ਸੱਚੀ ਗੱਲ ਪੱਕੀ ਆ, ਇਹ ਜਿਹੜੀ ਲਿਖੀ ਸੀ ਪੱਕੀ ਗੱਲ ਹੈ, ਤੂੰ ਆ ਸਕਦਾ ਵੀ ਜਿਹੜੀ ਤੂੰ ਥਾਂ ਤੇ ਗਿਆ ਤੂੰ ਆ ਜਾਓ ਵਾਪਸ, ਹੁਣ ਲੱਭ ਲਓ, ਇੰਨੀ ਗੱਲ ਕੀਤੀ। ਅੱਛਾ ਜਿਹੜਾ ਨੋਟ ਸੀਗਾ ਇਹ ਸਾਈਨਡ ਕੀਤਾ ਗਿਆ ਸੈਮ ਦੁਆਰਾ, ਤੇ ਐਟ ਦ ਸਟੈਂਪ ਐਂਡ ਕੋਇਨ ਸਟੋਰ ਆਈ ਗੋ ਟੂ I found out that Sam bought $800। अच्छा पता लग गया जितों कि उन्हें की खरीदे सीगे तो $800 खरीदे सी, worth old style currency ली। That ought to set him up in a nice little hay feed and grain business, ਉਹਦੇ business वास्ते। They he always said that's the what he really wished he could do and certainly can't go back to his old business। ਤੇ ਮੈਨੂੰ ਇਹ ਨਵਾਂ ਜਿਹੜਾ business ਹੈ feeding ਵਾਲਾ यही पसंद है, मैं नवे पुराने जो बिजनेस ही अपना वो नहीं जाना चाहता। नॉट इन गैल्सबर्ग इलिनॉइस 1894 इज ओल्ड बिजनेस, वाई सैम वाज माई कमला दोस्त। लो जी इन्नी की कहानी सी, इन्नी कहानी दे विच आपां सारा देख लिया भी किवें किवें कमला दोस्त किधर किधर जाता है, उन्हें किवें तीजा लैवल लभदा है, उत्थे सारी चीज़ां चैक कर लिया आपां। अच्छा इहदे नाल अगर किसी नहीं समझ आया तो सानू मैसेज कर सकदा है, इंस्टाग्राम ते कमेंट कर सकता है, यूट्यूब के उत्ते व्हाट्सएप ते सानू की मैसेज करके पूछ सकता है, डाउट है या कोई शक है या कुछ भी हो। सबसक्राइब कर लो सारे यूट्यूब चैनल में वी आर नॉलेज, फॉलो कर लो इंस्टाग्राम ते वी आर नॉलेज, व्हाट्सएप ते 9872 94 011 9872894011। ठीक है जी। अच्छा अगे आप फिर आप क्लास के नवी वीडियो पावांगे, क्लास +2 ते इंग्लिश का नैक्सट चैप्टर करांगे अगली बारी दे विच। थैंक यू फॉर बीइंग विद अस।